52 ਅੱਖਰੀ ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਰਾਗ ਗੌੜੀ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੇ ਪੰਨਾ 250 ਤੋਂ 262 ਦੇ ਉੱਪਰ ਸੁਸ਼ੋਭਿਤ ਹੈ। ਉਸ ਦੀ ਲੜੀਵਾਰ ਵਿਚਾਰ ਕਰਦਿਆਂ ਹੁਣ ਤੱਕ ਅਸੀਂ 44 ਪੌੜੀਆਂ ਦੀ ਵਿਚਾਰ ਕਰ ਚੁੱਕੇ ਹਾਂ। ਅੱਜ 45ਵੀਂ ਪੌੜੀ ਦੇ ਨਾਲ ਜੋ ਸ਼ਲੋਕ ਹੈ ਉਸ ਤੋਂ ਅੱਗੇ ਲੜੀ ਜੋੜਾਂਗੇ। 45ਵੀਂ ਪੌੜੀ ਦੇ ਨਾਲ ਜੋ ਸ਼ਲੋਕ ਹੈ, ਸ਼ਲੋਕ ਲਾਲਚ ਝੂਠ ਬਿਖੈ ਬਿਆਦ या देही महभास हर हर अमृत गुरमुख पिया नानक सूख निवास। तो आम जो इंसान ਹਨ ਦੁਨੀਆਦਾਰ ਹਨ ਉਹਨਾਂ ਦੀ ਜੋ ਅਵਸਥਾ ਹੈ ਉਹਦਾ ਵਰਣਨ ਗੁਰੂ ਪਾਤਸ਼ਾਹ ਇਸ ਸ਼ਲੋਕ ਦੇ ਵਿੱਚ ਕਰ ਰਹੇ ਹਨ। ਪਹਿਲੀ ਪੰਕਤੀ ਦੇ ਅੰਦਰ ਕਿ ਲਾਲਚ ਝੂਠ ਬਿਖੈ ਬਿਆਦ। ਬਿਖੈ ਦਾ ਅਖਰੀ ਅਰਥ ਹੁੰਦਾ ਹੈ ਵਿਸ਼ੇ ਵਿਕਾਰ। ਇਹ ਲਫ਼ਜ਼ ਵਿਖ ਵਿਸ਼ ਜ਼ਹਿਰ ਵਾਸਤੇ ਵੀ ਵਰਤਿਆ ਜਾਂਦਾ ਹੈ ਤੇ ਵਿਕਾਰਾਂ ਦੇ ਨਾਲ ਵਿਕਾਰਾਂ ਨੂੰ ਬਿਖੈ ਵਿਕਾਰ ਕਰਕੇ ਵੀ ਕਿਹਾ ਜਾਂਦਾ ਹੈ, ਵਿਸ਼ੇ ਵਿਕਾਰ ਕਿਹਾ ਜਾਂਦਾ ਹੈ। ਕਾਰਨ ਕਿ ਜਿਵੇਂ ਵਿਸ਼ ਜਾਂ ਕਿ ਜ਼ਹਿਰ ਸਰੀਰਕ ਮੌਤ ਦਾ ਕਾਰਨ ਬਣਦੀ ਹੈ, ਤਿਵੇਂ ਹੀ ਇਹ ਵਿਕਾਰ ਜਿਹੜੇ ਹਨ ਇਹ ਆਤਮਕ ਮੌਤ ਦਾ ਕਾਰਨ ਬਣਦੇ ਹਨ, ਜਿਹਦੇ ਉੱਤੇ ਵੀ ਇਹ ਵਿਕਾਰ ਹਾਵੀ ਹੋ ਜਾਂਦੇ ਹਨ। ਜਿਹੜਾ ਇਨਸਾਨ ਵਿਕਾਰਾਂ ਦੀ ਪਕੜ ਦੇ ਅਧੀਨ ਜੀਵਨ ਜਿਉਂਦਾ ਹੈ ਉਹਦੀ ਆਤਮਾ ਜਿਹੜੀ ਹੈ ਉਹ ਮਾਨੋ ਮੁਰਦਾ ਹੋ ਜਾਂਦੀ ਹੈ, ਐਕਟਿਵ ਨਹੀਂ ਰਹਿੰਦੀ, ਉਸਨੂੰ ਗਾਈਡ ਨਹੀਂ ਕਰਦੀ। ਸੋ ਇਸ ਕਰਕੇ ਇਹ ਜੋ ਵਿਖਾ ਲਫ਼ਜ਼ ਹੈ ਇਹ ਵਿਕਾਰਾਂ ਦੇ ਵਾਸਤੇ ਇਸਤੇਮਾਲ ਕੀਤਾ ਗਿਆ ਹੈ। ਬਿਆਦ ਦਾ ਅਰਥ ਹੁੰਦਾ ਹੈ ਬਿਮਾਰੀ ਜਾਂ ਰੋਗ। ਆਮ ਇਨਸਾਨ ਜਿਹੜੇ ਹਨ ਉਹ ਸਾਰੇ ਹੀ ਇਸ ਬਿਮਾਰੀ ਤੋਂ ਪੀੜਿਤ ਹੁੰਦੇ ਹਨ। तो उस अवस्था का उस कंडीशन का जो वर्णन है इस पंक्ति गुरु साहब कर रहे हैं कि हर आम इंसान दे देही दे अंदर शरीर दे अंदर लालच झूठ ਅਤੇ ਹੋਰ ਵਿਸ਼ੇ ਵਿਕਾਰ ਜਿਹੜੇ ਹਨ ਉਹਨਾਂ ਦਾ ਟਿਕਾਣਾ ਹੁੰਦਾ ਹੀ ਹੈ। ਉਹ ਇਹ ਰੈਫਰੈਂਸ ਵਜੋਂ ਜਾਂ ਐਗਜ਼ਾਮਪਲ ਦੇ ਵਜੋਂ ਲਾਲਚ ਔਰ ਝੂਠ ਇਹ ਦੋ ਆਈਟਮਾਂ ਜਿਹੜੀਆਂ ਹਨ ਗੁਰੂ ਸਾਹਿਬ ਨੇ ਗਿਣ ਕੇ ਐਗਜ਼ਾਮਪਲ ਦਿੱਤੀ ਹੈ। ਬਾਕੀ ਜਿੱਥੇ ਇੱਕ ਵਿਕਾਰ ਹੁੰਦਾ ਹੈ ਉਹਦੇ ਨਾਲ ਦੇ ਸਾਥੀ ਵੀ ਹੋਰ ਇਕੱਠੇ ਹੋ ਕੇ ਉਸ ਜੀਵ ਦੇ ਅੰਦਰ ਆ ਹੀ ਜਾਂਦੇ ਹਨ। ਆਮ ਤੌਰ ਤੇ ਵਿਦਵਾਨਾਂ ਨੇ 5 ਵੱਡੇ ਵਿਕਾਰਾਂ ਦਾ ਜ਼ਿਕਰ ਕੀਤਾ ਹੈ, ਜਿਹੜੇ 5 ਵਿਕਾਰ ਇਨਸਾਨ ਨੂੰ ਆਪਣੇ ਕਬਜ਼ੇ ਦੇ ਅੰਦਰ ਰੱਖਦੇ ਹਨ, ਆਪਣੇ ਪ੍ਰਭਾਵ ਦੇ ਅਧੀਨ ਰੱਖਦੇ ਹਨ। ਗੁਰਬਾਣੀ ਦੇ ਅੰਦਰ ਅਨੇਕਾਂ ਵਾਰੀ ਇਸ ਚੀਜ਼ ਦਾ ਵਰਣਨ ਆਉਂਦਾ ਹੈ। ਭਗਤ ਬਾਣੀ ਦੇ ਅੰਦਰ ਵੀ ਇੱਕ ਪੰਕਤੀ ਇਸ ਤਰ੍ਹਾਂ ਆਉਂਦੀ ਹੈ ਕਿ ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼ ਪੰਜ ਅਸਾਧ ਰੋਗ ਜਾਮੈ ਤਾਂ ਕਿ ਚੇਤਕ ਆਸ। ਕਿ ਵੀ ਜਿਹੜੇ ਹੈ ਪੰਛੀ ਪਸ਼ੂ ਪੰਛੀ ਨੇ, ਹਿਰਨ ਹੋ ਗਿਆ ਜਾਂ ਹਾਥੀ ਹੈ ਜਾਂ ਹੋਰ ਮੱਛੀ ਹੈ, ਇਹਨਾਂ ਸਾਰਿਆਂ ਨੂੰ ਇੱਕ ਰੋਗ ਹੁੰਦਾ ਹੈ ਤੇ ਉਹਨਾਂ ਦਾ ਜਿਹੜਾ ਹੈ ਜੀਵਨ ਬਰਬਾਦ ਹੋ ਜਾਂਦਾ ਹੈ ਇਸ ਇੱਕ ਵਿਕਾਰ ਦੀ ਜਗ੍ਹਾ, ਇੱਕ ਰੋਗ ਦੀ ਜਗ੍ਹਾ ਨਾਲ, ਇੱਕ ਰੋਗ ਦੇ ਕਾਰਨ ਕਰਕੇ। ਪਰ ਇਨਸਾਨ ਨੂੰ ਜਿਹਨੂੰ ਕੋਈ 5 ਰੋਗ ਨੇ, ਇਹ ਵਾਲੇ 5 ਵਿਕਾਰ ਨੇ, ਤਾਂ ਉਹਦੀ ਆਤਮਕ ਅਵਸਥਾ ਦੀ ਕੀ ਆਸ ਕੀਤੀ ਜਾ ਸਕਦੀ ਹੈ ਕਿ ਉਹਦੀ ਆਤਮਾ ਜ਼ਿੰਦੀ ਰਹਿ ਜਾਏਗੀ। ਉਹ ਇਹ ਵਿਕਾਰ ਉਹਦੀ ਆਤਮਕ ਮੌਤ ਦਾ ਕਾਰਨ ਬਣ ਜਾਂਦੇ ਹਨ। ਸੋ ਇਸ ਪੰਕਤੀ ਦੇ ਅੰਦਰ ਐਸੇ ਹੀ ਦੁਨੀਆਦਾਰ ਇਨਸਾਨਾਂ ਦੀ ਜੋ ਅਵਸਥਾ ਹੈ ਉਹਦਾ ਵਰਣਨ ਕਰਦਿਆਂ ਹੋਇਆ ਮਿਸਾਲ ਦੇ ਵਜੋਂ ਗੁਰੂ ਸਾਹਿਬ ਨੇ ਲਾਲਚ ਔਰ ਝੂਠ ਦਾ ਜ਼ਿਕਰ ਕੀਤਾ ਹੈ ਕਿ ਲਾਲਚ ਝੂਠ ਆਦਿਕ ਜਿਹੜੇ ਵਿਕਾਰ ਹਨ ਇਹ ਰੋਗ ਹਨ, ਇਹਨਾਂ ਦਾ ਇਨਸਾਨ ਦੇ ਇਸ ਸਰੀਰ ਦੇ ਅੰਦਰ ਨਿਵਾਸ ਹੈ। ਬਾਸ ਮੈਨੇ ਵਾਸਾ, ਟਿਕਾਣਾ ਹੈ, ਰਹਿੰਦੇ ਹਨ। ਪਰ ਇਹਨਾਂ ਤੋਂ ਬਚਦਾ ਕੌਣ ਹੈ? ਤੇ ਜਿਹਨੂੰ ਇਹ ਰੋਗ ਲੱਗ ਵੀ ਜਾਂਦੇ ਹਨ ਉਹਦਾ ਉਧਾਰ, ਉਹਦਾ ਛੁਟਕਾਰਾ ਵੀ ਕਿਵੇਂ ਹੁੰਦਾ ਹੈ, ਉਹਦਾ ਵਰਣਨ ਜੋ ਹੈ ਦੂਸਰੀ ਪੰਕਤੀ 'ਚ ਕਰ ਰਹੇ ਹਨ ਕਿ ਹਰ ਹਰ ਅੰਮ੍ਰਿਤ ਗੁਰਮੁਖ ਪੀਆ ਨਾਨਕ ਸੂਖ ਨਿਵਾਸ। ਤੇ ਜਿਹੜੇ ਇਨਸਾਨ ਹਰੀ ਦਾ ਨਾਮ ਰੂਪੀ ਅੰਮ੍ਰਿਤ, ਆਤਮਿਕ ਜੀਵਨ ਦੇਣ ਵਾਲਾ ਹਰੀ ਦਾ ਨਾਮ ਰੂਪੀ ਅੰਮ੍ਰਿਤ ਜਿਹੜੇ ਜੀਵ ਗੁਰੂ ਦੀ ਸ਼ਰਨ ਪੈ ਕੇ ਗੁਰੂ ਦੇ ਸਨਮੁਖ ਹੋ ਕੇ
ਪੀ ਲੈਂਦੇ ਹਨ, ਉਹ ਫਿਰ ਆਤਮਕ ਆਨੰਦ ਦੀ ਅਵਸਥਾ ਦੇ ਵਿੱਚ ਟਿਕਦੇ ਹਨ। ਉਹਨਾਂ ਦੇ ਅੰਦਰ ਆਤਮਕ ਆਨੰਦ ਦਾ ਨਿਵਾਸ ਹੋ ਜਾਂਦਾ ਹੈ। ਉਹ ਆਮ ਇਨਸਾਨ ਦੇ ਅੰਦਰ ਤਾਂ ਵਿਖੇ ਬਿਆਦ ਦਾ ਦੇਹੀ ਮੈਂ ਬਾਸ ਹੈ, ਪਰ ਜਿਹੜਾ ਨੇ ਗੁਰੂ ਦੇ ਸਨਮੁਖ ਹੋ ਕੇ ਹਰੀ ਨਾਮ ਰੂਪੀ ਅੰਮ੍ਰਿਤ ਪੀ ਲਿਆ ਹੈ, ਉਹਨਾਂ ਦੇ ਅੰਦਰ ਸੂਖ ਨਿਵਾਸ ਹੈ। ਗੁਰਮੁਖ ਦਾ ਅਰਥ ਹੈ ਗੁਰੂ ਦੇ ਸਨਮੁਖ ਹੋਣਾ, ਭਾਵ ਗੁਰੂ ਦੀ ਸ਼ਰਨ ਵਿੱਚ, ਗੁਰੂ ਦੀ ਸੰਗਤ ਦੇ ਵਿੱਚ ਗੁਰੂ ਦੇ ਉਪਦੇਸ਼ ਨੂੰ ਸਰਵਣ ਕਰਨਾ, ਸਮਝਣਾ, ਵਿਚਾਰਨਾ, ਅਪਣਾਉਣਾ ਅਤੇ ਜੀਵਨ ਦੇ ਅੰਦਰ ਉਹਨੂੰ ਲਾਗੂ ਕਰ ਲੈਣਾ। ਤਾਂ ਗੁਰੂ ਦੇ ਉਪਦੇਸ਼ ਦੀ ਕਮਾਈ ਕਰਨਾ ਹੈ ਗੁਰੂ ਦੇ ਸਨਮੁਖ ਹੋਣ ਦਾ ਜੋ ਪ੍ਰੈਕਟੀਕਲ ਅਰਥ ਹੈ। ਤੇ ਗੁਰੂ ਦਾ ਉਪਦੇਸ਼ ਹੁੰਦਾ ਹੈ ਪ੍ਰਮਾਤਮਾ ਦੇ ਨਾਮ ਦੇ ਨਾਲ ਇਨਸਾਨ ਦੀ ਸੁਰਤ ਨੂੰ ਜੋੜਨਾ। ਸੋ ਗੁਰੂ ਦੀ ਸ਼ਰਨ ਵਿੱਚ ਪੈ ਕੇ ਜਿਹੜੇ ਹਰੀ ਨਾਮ ਰੂਪੀ ਅੰਮ੍ਰਿਤ ਪੀ ਲੈਂਦੇ ਹਨ, ਅੰਮ੍ਰਿਤ ਪੀਣਾ ਇਹ ਵੀ ਇੱਕ ਮੁਹਾਵਰੇ ਦੇ ਤੌਰ ਦੇ ਉੱਤੇ ਗੁਰੂ ਸਾਹਿਬ ਨੇ ਸ਼ਬਦਾਵਲੀ ਵਰਤੀ ਹੈ, ਜਿਹਦਾ ਭਾਵ ਇਹ ਹੈ ਕਿ ਜਿਹਦੀ ਸੁਰਤ ਹਰੀ ਨਾਮ ਦੇ ਨਾਲ ਜੁੜ ਜਾਂਦੀ ਹੈ, ਮਾਨੋ ਉਹ ਇਹ ਅੰਮ੍ਰਿਤ ਪਾਨ ਕਰ ਰਿਹਾ ਹੈ। ਉਹ ਜਿਵੇਂ ਅੰਮ੍ਰਿਤ ਪੀ ਲਵੋ ਤੇ ਸਰੀਰ ਦੇ ਅੰਦਰ ਉਹ ਰਚ ਮਿਚ ਜਾਂਦਾ ਹੈ, ਫਿਰ ਉਹਦਾ ਐਸਾ ਅਸਰ ਹੋ ਜਾਂਦਾ ਹੈ ਕਿ ਫਿਰ ਮੌਤ ਉਹਦੇ ਨੇੜੇ ਨਹੀਂ ਆ ਸਕਦੀ। ਤਿਵੇਂ ਹੀ ਇਹ ਨਾਮ ਅੰਮ੍ਰਿਤ ਹੈ, ਜਿਹੜੇ ਇਹਦੇ ਨਾਲ ਜੁੜਦੇ ਹਨ, ਜਿਨ੍ਹਾਂ ਦੀ ਸੁਰਤ ਇਸ ਨਾਮ ਦੇ ਅੰਮ੍ਰਿਤ ਨਾਲ ਜੁੜ ਜਾਂਦੀ ਹੈ, ਤਾਂ ਉਹਨਾਂ ਦੀ ਸੁਰਤ ਦੇ ਅੰਦਰ ਫਿਰ ਪਰਮਾਤਮਾ ਵਾਲੇ ਗੁਣ ਇਉਂ ਵਸ ਜਾਂਦੇ ਹਨ ਕਿ ਫਿਰ ਉਹ ਦੁਨਿਆਵੀ ਵਿਸ਼ੇ ਵਿਕਾਰਾਂ ਦੇ ਪ੍ਰਭਾਵ ਤੋਂ ਉੱਚੇ ਉੱਠ ਜਾਂਦੇ ਹਨ, ਉਹਨਾਂ ਦੇ ਪ੍ਰਭਾਵ ਤੋਂ ਬਚ ਜਾਂਦੇ ਹਨ ਤੇ ਫਿਰ ਉਹਨਾਂ ਦੇ ਅੰਦਰ ਆਤਮਕ ਆਨੰਦ ਦੀ ਅਵਸਥਾ ਬਣ ਜਾਂਦੀ ਹੈ। ਤਾਂ ਸ਼ਲੋਕ ਦੇ ਅੰਦਰ ਇਹ ਜੋ ਕੰਟਰਾਸਟਿੰਗ ਸਿਚੁਏਸ਼ਨਸ ਨੇ ਉਹ ਗੁਰੂ ਸਾਹਿਬ ਨੇ ਬਿਆਨ ਕੀਤੀਆਂ ਹਨ। ਇੱਕ ਹੈ ਮਾਇਆ ਦੇ ਪ੍ਰਭਾਵ ਦੇ ਅਧੀਨ ਵਸ ਰਹੇ ਜੀਵਾਂ ਦੀ, ਦੂਜੀ ਉਹਨਾਂ ਦੀ ਜਿਹੜੇ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਦੇ ਨਾਮ ਦੇ ਨਾਲ ਸੁਰਤ ਜੋੜ ਲੈਂਦੇ ਹਨ ਤੇ ਆਤਮਕ ਆਨੰਦ ਦੀ ਅਵਸਥਾ ਦੇ ਵਿੱਚ ਵਸਦੇ ਹਨ। ਹੁਣ ਪੌੜੀ ਦੇ ਅੰਦਰ ਅੱਗੋਂ ਗੁਰੂ ਸਾਹਿਬ ਇਸੇ ਆਈਡੀਆ ਨੂੰ ਅੱਗੇ ਹੋਰ ਐਕਸਪਲੇਨ ਕਰਦੇ ਹਨ। ਪੌੜੀ ਲੱਲਾ ਲਾਵੋ ਔਖਦ ਜਾਹੂ, ਦੁਖ ਦਰਦ ਤੇ ਮਿਟੈ ਖਿਨਾਹੂ, ਨਾਮ ਔਖਦ ਜੇ ਹਿਰਦੈ ਹਿਤਾਵੈ, ਤਾਹੇ ਰੋਗ ਸੁਪਨੇ ਨਹੀਂ ਆਵੈ, ਹਰ ਔਖਦ ਸਭ ਘਟ ਹੈ ਭਾਈ, ਗੁਰ ਪੂਰੇ ਬਿਨ ਬਿਦ ਨਾ ਬਨਾਈ, ਗੁਰ ਪੂਰੇ ਸੰਜਮ ਕਰ ਦਿਆ, ਨਾਨਕ ਤੋ ਫਿਰ ਦੁਖ ਨਾ ਥੀਆ। तो ਜਿਹੜੀ ਗੱਲ ਸ਼ਲੋਕ ਦੇ ਅੰਦਰ ਸੰਖੇਪ ਰੂਪ ਵਿੱਚ ਗੁਰੂ ਸਾਹਿਬ ਨੇ ਬਿਆਨ ਕੀਤੀ ਹੈ, ਉਸੇ ਦਾ ਹੀ ਵਿਸਥਾਰ ਪੌੜੀ ਦੇ ਵਿੱਚ ਕਰ ਰਹੇ ਹਨ, ਲੱਲੇ ਅੱਖਰ ਦਾ ਰੈਫਰੈਂਸ ਦੇ ਕੇ ਕਿ ਲਾਵੋ ਔਖਦ ਜਾਹੂ, ਦੁਖ ਦਰਦ ਤੇ ਮਿਟੇ ਖਿਨਾਹੂ। ਲਾਵੋ ਊੜੇ ਦੇ ਔਂਕੜ ਦੇ ਨਾਲ ਆਇਆ ਹੈ, ਤਾਂ ਇਹ ਆਮ ਸਧਾਰਨ ਅਰਥਾਂ ਦੇ ਅੰਦਰ ਇਹ ਫਸਟ ਪਰਸਨ ਦੀ ਕਿਰਿਆ ਦੇ ਰੂਪ ਵਿੱਚ ਇਹਦਾ ਇਸਤੇਮਾਲ ਕੀਤਾ ਜਾਂਦਾ ਹੈ। ਇਹਦਾ ਭਾਵ ਇੱਥੇ ਇਸ ਤਰੀਕੇ ਦੇ ਨਾਲ ਹੈ ਕਿ ਜਿਨ੍ਹਾਂ ਨੂੰ ਵੀ ਮੈਂ ਇਹ ਔਖਦ ਲਾਂਦਾ ਹਾਂ, ਜਾਹੂ ਦਾ ਅਰਥ ਹੈ ਜਿਨ੍ਹਾਂ ਨੂੰ। ਤੋ ਇਹ ਇੱਕ ਭਰੋਸੇ ਦੀ ਗੱਲ ਗੁਰੂ ਸਾਹਿਬ ਕਰ ਰਹੇ ਹਨ ਕਿ ਇਹ ਮੇਰੀ ਅਜ਼ਮਾਈ ਹੋਈ ਗੱਲ ਹੈ ਕਿ ਜਿਨ੍ਹਾਂ ਨੂੰ ਵੀ ਇਹ ਵਾਲੀ ਔਖਦੀ, ਔਖਦ ਲਫ਼ਜ਼ ਬਣਿਆ ਔਸ਼ਧੀ ਤੋਂ, ਔਸ਼ਧੀ ਦਾ ਮਤਲਬ ਦਵਾਈ, ਇਹ ਦਵਾਈ ਮੈਂ ਜਿਹਨੂੰ ਵੀ ਲਗਾਉਂਦਾ ਹਾਂ, ਜਾਹੂ ਜਿਸਨੂੰ, ਲਾਵੋ ਲਗਾਉਂਦਾ ਹਾਂ, ਔਖਦ ਔਸ਼ਧੀ ਦਵਾਈ, ਜਿਹਨੂੰ ਵੀ ਮੈਂ ਇਹ ਦਵਾਈ ਲਗਾਉਂਦਾ ਹਾਂ, ਦੁੱਖ ਦਰਦ ਤਹਿ ਮਿਟੈ ਖਿਨਾਹੂ, ਉਹਨਾਂ ਦੇ ਦੁੱਖ ਤੇ ਦਰਦ ਇੱਕ ਖਿਣ ਵਿੱਚ ਇਮੀਡੀਏਟਲੀ ਮਿਟ ਜਾਂਦੇ ਹਨ। ਖਿਣ ਦਾ ਅਰਥ ਹੁੰਦਾ ਹੈ ਕਸ਼ਨ, ਕਸ਼ਨ ਲਫ਼ਜ਼ ਤੋਂ ਬਣਿਆ ਹੈ, ਜਿਹਦਾ ਅਰਥ ਹੁੰਦਾ ਹੈ ਇੱਕ ਸੈਕਿੰਡ, ਬਹੁਤ ਹੀ ਛੋਟਾ ਜਿਹਾ ਸਮਾਂ, ਮਾਮੂਲੀ ਜਿਹਾ ਸਮਾਂ। ਤਹਿ ਦਾ ਅਰਥ ਹੈ ਤਿਨਾਂ ਦੇ, ਉਹਨਾਂ ਦੇ ਦੁੱਖ ਦਰਦ ਤਹਿ ਮਿਟਹਿ ਖਿਨਾਹੂ, ਇੱਕ ਖਿਣ ਮਾਤਰ ਵਿੱਚ ਹੀ ਉਹਨਾਂ ਦੇ ਜਿਹੜੇ ਰੋਗ ਦੁੱਖ ਦਰਦ ਹਨ ਉਹ ਮਿਟ ਜਾਂਦੇ ਹਨ, ਆਫ ਵਿਦਾਊਟ ਐਨੀ ਡਿਲੇ। तो ये ऐसी दवाई है कि ਜਿਹੜੀ ਜਿਉਂ ਹੀ ਐਡਮਿਨਿਸਟਰ ਕੀਤੀ ਜਾਂਦੀ ਹੈ, ਦਿੱਤੀ ਜਾਂਦੀ ਹੈ, ਲਗਾਈ ਜਾਂਦੀ ਹੈ, ਉਹਦਾ ਇਮੀਡੀਏਟ ਇੰਪੈਕਟ ਹੁੰਦਾ ਹੈ ਔਰ ਜਿਹੜੇ ਦੁੱਖ ਦਰਦ ਮਾਇਆ ਦੇ ਵਿਕਾਰਾਂ ਦੇ ਕਰਕੇ ਸਨ ਉਹ ਇਮੀਡੀਏਟਲੀ ਮਿਟ ਜਾਂਦੇ ਹਨ, ਨਾਸ ਹੋ ਜਾਂਦੇ ਹਨ। तो ਕਿਹੜੀ ਦਵਾਈ ਔਰ ਕਿਹੜੇ ਰੋਗ ਨੇ?
ਤੋ ਦਵਾਈ ਤਾਂ ਹੈ ਨਾਮ ਦੀ, ਜਿਹਦਾ ਨਾਮ ਅੰਮ੍ਰਿਤ ਦਾ ਜ਼ਿਕਰ ਸ਼ਲੋਕ ਵਿੱਚ ਵੀ ਕੀਤਾ ਹੈ। ਤੋ ਇਹ ਨਾਮ ਅੰਮ੍ਰਿਤ ਰੂਪੀ ਦਵਾਈ ਜਿਹਨੂੰ ਵੀ ਗੁਰੂ ਸਾਹਿਬ ਕਹਿੰਦੇ ਹਨ ਮੈਂ ਲਗਾਉਂਦਾ ਹਾਂ, ਉਹਦੇ ਮਾਇਆ ਦੇ ਵਿਕਾਰਾਂ ਦੇ ਅਧੀਨ ਹੋਣ ਵਾਲੇ ਦੁੱਖ ਦਰਦ ਜਿਹੜੇ ਹਨ, ਉਹ ਇੱਕ ਖਿਣ ਵਿੱਚ ਹੀ ਮਿਟ ਜਾਂਦੇ ਹਨ, ਨਾਸ ਹੋ ਜਾਂਦੇ ਹਨ। ਅੱਗੇ ਹੋਰ ਥੋੜੀ ਇਹਦੀ ਵਿਸਥਾਰ ਇਸ ਗੱਲ ਦਾ ਕਰਦੇ ਹਨ। ਨਾਮ ਔਖਦ ਜੇ ਹਿਰਦੈ ਹਿਤਾਵੈ, ਤਾਹੇ ਰੋਗ ਸੁਪਨੇ ਨਹੀਂ ਆਵੇ। ਤੋ ਪਹਿਲੀ ਪੰਕਤੀ 'ਚ ਗੱਲ ਔਖਦ ਲਫ਼ਜ਼ ਵਰਤਿਆ ਸੀਗਾ ਤੇ ਨਾਲ ਨਾਮ ਜਿਹੜਾ ਸੀਗਾ ਉਹ ਵਰਤਿਆ ਨਹੀਂ, ਉਹ ਅੰਡਰਸਟੂਡ ਸੀਗਾ। ਪਰ ਹੁਣ ਦੂਜੀ ਪੰਕਤੀ 'ਚ ਉਹਨੂੰ ਹੋਰ ਕਲੈਰੀਫਾਈ ਕਰ ਦਿੱਤਾ ਹੈ ਕਿ ਜਿਸ ਔਖਦ ਦੀ ਗੱਲ ਹੋ ਰਹੀ ਹੈ ਉਹ ਅਸਲ ਵਿੱਚ ਨਾਮ ਔਖਦ ਹੀ ਹੈ। ਨਾਮ ਰੂਪੀ ਔਸ਼ਧੀ, ਨਾਮ ਰੂਪੀ ਦਵਾਈ, ਜਿਸ ਜੇ ਹਿਰਦੈ ਹਿਤਾਵੈ। ਹਿਤਾਵੇ ਦਾ ਅਰਥ ਹੁੰਦਾ ਹੈ ਜਿਹਨੂੰ ਪਿਆਰੀ ਲੱਗਦੀ ਹੈ, ਜਿਹਨੂੰ ਪਿਆਰਾ ਲੱਗਦਾ ਹੈ। ਤੋ ਗੁਰੂ ਸਾਹਿਬ ਕਹਿੰਦੇ ਹਨ ਕਿ ਇਹ ਨਾਮ ਦੀ ਦਵਾਈ ਹਿਰਦੇ ਨੂੰ ਪਿਆਰੀ ਲੱਗਦੀ ਹੈ। ਭਾਵ ਜਿਹਨੂੰ ਨਾਮ ਆਪਣੇ ਹਿਰਦੇ ਦੇ ਵਿੱਚ, ਪ੍ਰਭੂ ਦਾ ਨਾਮ ਜਿਹਨੂੰ ਆਪਣੇ ਹਿਰਦੇ ਦੇ ਵਿੱਚ ਪਿਆਰਾ ਲੱਗਦਾ ਹੈ, ਚੰਗਾ ਲੱਗਦਾ ਹੈ, ਚੰਗਾ ਲੱਗਦਾ ਹੈ ਤੇ ਫਿਰ ਉਹਦੇ ਨਾਲ ਸੰਬੰਧ ਜੋੜਨਾ ਹੀ ਬਣਦਾ ਹੈ। ਇਹ ਤਾਂ ਦੁਨਿਆਵੀ ਰਿਸ਼ਤਿਆਂ ਦੇ ਵਿੱਚ ਵੀ ਸਾਡੇ ਨਾਲ ਇਹ ਕੰਮ ਤਾਂ ਹੁੰਦਾ ਹੀ ਹੈ ਕਿ ਜਿਹੜੇ ਇਨਸਾਨ, ਜਿਹੜੇ ਸਾਡੇ ਸੰਬੰਧੀ, ਸਾਡੇ ਜਾਣ ਪਛਾਣ ਵਾਲੇ ਸਾਨੂੰ ਪਿਆਰੇ ਲੱਗਦੇ ਹਨ, ਅਸੀਂ ਉਹਨਾਂ ਦੇ ਨੇੜੇ ਰਹਿਣਾ ਚਾਹੁੰਦੇ ਹਾਂ, ਉਹਨਾਂ ਦੇ ਨਾਲ ਸੰਬੰਧ ਬਣਾਉਣਾ ਚਾਹੁੰਦੇ ਹਾਂ, ਉਹਨਾਂ ਦੇ ਨਾਲ ਵਰਤੋਂ ਵਿਹਾਰ ਵਧਾਉਣਾ ਚਾਹੁੰਦੇ ਹਾਂ, ਹੋ ਸਕੇ ਤਾਂ ਬਿਲਕੁਲ ਉਹਨਾਂ ਨੂੰ ਆਪਣੇ ਕੋਲ ਹੀ ਰੱਖਣਾ ਚਾਹੁੰਦੇ ਹਾਂ। ਤੋ ਜਿਸ ਦਾ ਫਿਰ ਪਿਆਰ, ਜਿਹਦੇ ਹਿਰਦੇ ਦੇ ਵਿੱਚ ਪ੍ਰਭੂ ਦੇ ਨਾਮ ਵਾਸਤੇ ਪਿਆਰ ਬਣ ਜਾਵੇ, ਤਾਂ ਇਹਦਾ ਭਾਵ ਇਹ ਹੈ ਕਿ ਉਹਦੇ ਚੇਤੇ ਦੇ ਵਿੱਚ, ਉਹਦੀ ਯਾਦ ਦੇ ਵਿੱਚ ਪ੍ਰਭੂ ਦਾ ਨਾਮ ਟਿਕ ਜਾਂਦਾ ਹੈ। ਸੋ ਨਾਮ ਔਖਦ ਜੇ ਹਿਰਦੈ ਹਿਤਾਵੇ ਤੋਂ ਭਾਵ ਹੈ ਕਿ ਜਿਹਦੀ ਸੁਰਤ ਦੇ ਵਿੱਚ ਪ੍ਰਭੂ ਪਰਮਾਤਮਾ ਦਾ ਨਾਮ ਵਸ ਜਾਂਦਾ ਹੈ, ਟਿਕ ਜਾਂਦਾ ਹੈ, ਤਾਂ ਉਹਨੂੰ ਕੀ ਬੈਨੀਫਿਟ ਮਿਲਦਾ ਹੈ? ਉਹ ਅਗਲੀ ਪੰਕਤੀ 'ਚ ਗੁਰੂ ਸਾਹਿਬ ਕਲੀਅਰ ਕਰਦੇ ਹਨ ਕਿ ਤਾਹੇ ਰੋਗ ਸੁਪਨੇ ਨਹੀਂ ਆਵੇ। ਕਿ ਜਿਹਨੂੰ ਇਹ ਪਿਆਰਾ ਲੱਗਣ ਲੱਗ ਪੈਂਦਾ ਹੈ, ਉਹਨੂੰ ਤਾਂ ਇਹ ਆਤਮਕ ਵਿਕਾਰ, ਆਤਮਕ ਰੋਗ ਜਿਹੜਾ ਹੈ, ਜਿਹੜੇ ਵਿਕਾਰਾਂ ਦਾ ਕਾਰਨ ਪੈਦਾ ਹੋਣ ਵਾਲਾ ਰੋਗ ਹੈ, ਉਹ ਤਾਂ ਮਾਨੋ ਸੁਪਨੇ 'ਚ ਵੀ ਉਹਦੇ ਨੇੜੇ ਨਹੀਂ ਟੁਕਦਾ। ਆਮ ਤੌਰ ਤੇ ਅਸੀਂ ਸਾਰੇ ਹੀ ਸਮਝਦੇ ਹਾਂ ਕਿ ਸੁਪਨੇ ਦੇ ਵਿੱਚ ਜਿਹੜੇ ਰੋਗ ਆਉਂਦੇ ਹਨ ਜਾਂ ਸੁਪਨੇ ਦੇ ਵਿੱਚ ਜੋ ਸਾਨੂੰ ਕੋਈ ਤਕਲੀਫ ਜਾਂ ਕੋਈ ਖੁਸ਼ੀ ਮਿਲਦੀ ਹੈ, ਉਹ ਐਕਚੁਅਲ ਹੁੰਦੀ ਨਹੀਂ ਹੈ। ਪਰ ਉਹ ਸਿਰਫ ਸਾਡੇ ਮਾਈਂਡ ਦੀ ਸਮਝੋ ਇੱਕ ਗੇਮ ਹੁੰਦੀ ਹੈ। ਸਾਡੇ ਮਨ ਦੇ ਅੰਦਰ ਵਿਚਾਰਾਂ ਦਾ ਇਹ ਪ੍ਰਭਾਵ ਹੁੰਦਾ ਹੈ ਕਿ ਅਸੀਂ ਸੁੱਤੇ ਪਏ ਵੀ ਕੁਝ ਇਹੋ ਜਿਹੇ ਹਾਲਾਤ, ਇਹੋ ਜਿਹੇ ਐਕਸਪੀਰੀਅੰਸ ਦੇ ਥਰੂ ਗੁਜ਼ਰਦੇ ਹਾਂ। ਔਰ ਕਈ ਵਾਰੀ ਕੋਈ ਡਰਾਵਨੇ ਸੁਪਨੇ ਬੰਦੇ ਨੂੰ ਆ ਜਾਂਦੇ ਹਨ, ਤਾਂ ਬੰਦੇ ਨੂੰ ਤਾਂ ਇਹੋ ਹੀ ਮਹਿਸੂਸ ਹੁੰਦਾ ਹੈ ਕਿ ਬਈ ਵਾਕਈ ਜੇ ਕੁਝ ਮੇਰੇ ਨਾਲ ਵਾਪਰ ਰਿਹਾ ਹੈ। ਤੇ ਕਈ ਵਾਰੀ ਲੋਕ ਸੁੱਤੇ ਪਏ ਵੀ ਚੀਕ ਉੱਠਦੇ ਹਨ, ਰੋ ਪੈਂਦੇ ਹਨ ਜਾਂ ਨੀਂਦ ਖੁੱਲ ਜਾਂਦੀ ਹੈ, ਡਰ ਕੇ ਉਹਨਾਂ ਦੀ ਨੀਂਦ ਖੁੱਲ ਜਾਂਦੀ ਹੈ। तो एक्सपीरियंस सुपने के अंदर जिन्नी देर बंदा सुता हुंदा है, वो बड़ा उन्होंने एक्चुअल रियल जिहा लगता है। फिर नींद खुल जाती है तो फिर थोड़े जे समय बाद ही उन्होंने समझ आ जाती है भी ये सुपना सीगा ते ਉਹਦਾ ਪ੍ਰਭਾਵ ਹਲਕਾ ਪੈਣਾ ਸ਼ੁਰੂ ਹੋ ਜਾਂਦਾ ਹੈ ਤੇ ਫਿਰ ਹਟ ਜਾਂਦਾ ਹੈ। ਪਰ ਜਿੰਨਾ ਚਿਰ ਉਹ ਸੁਪਨੇ ਦੇ ਵਿੱਚੋਂ ਗੁਜ਼ਰ ਰਿਹਾ ਹੁੰਦਾ ਹੈ, ਤਾਂ ਉਹਦਾ ਜੋ ਖੁਸ਼ੀ ਹੁੰਦੀ ਹੈ ਜਾਂ ਉਹਦਾ ਜੋ ਦੁੱਖ ਹੁੰਦਾ ਹੈ, ਉਹ ਬਿਲਕੁਲ ਰੀਅਲਿਸਟਿਕ ਹੁੰਦਾ ਹੈ। ਔਰ ਸਾਡੇ ਮਾਈਂਡ ਦੇ ਅੰਦਰ ਉਹਦੇ ਪ੍ਰਭਾਵ ਇਸ ਤਰ੍ਹਾਂ ਦੇ ਪੈਂਦੇ ਹਨ ਕਿ ਜਿਵੇਂ ਵਾਕਈ ਵਿੱਚ ਹੀ ਉਹ ਕੁਝ ਵਾਪਰ ਰਿਹਾ ਹੁੰਦਾ ਹੈ। ਤਾਂ ਗੁਰੂ ਸਾਹਿਬ ਤਾਂ ਇੱਥੇ ਕਹਿ ਰਹੇ ਹਨ ਕਿ ਜਿਹੜਾ ਬੰਦਾ ਪਰਮਾਤਮਾ ਦੇ ਨਾਮ ਦੇ ਨਾਲ ਪਿਆਰ ਪਾ ਲੈਂਦਾ ਹੈ, ਜਿਹਦੇ ਹਿਰਦੇ ਵਿੱਚ ਪ੍ਰਭੂ ਦਾ ਪਿਆਰ ਟਿਕ ਜਾਂਦਾ ਹੈ, ਜਿਹਦੀ ਸੁਰਤ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਜਾਂਦੀ ਹੈ, ਉਹਨੂੰ ਤਾਂ ਸੁਪਨੇ ਦੇ ਵਿੱਚ ਵੀ ਇਹ ਜੋ ਮਾਇਆ ਦੇ ਵਿਕਾਰ ਹਨ ਉਹਨੂੰ ਦੁਖੀ ਨਹੀਂ ਕਰ ਸਕਦੇ। ਉਹਨੂੰ ਕੋਈ ਇਹੋ ਜਿਹਾ ਮਾੜਾ ਐਕਸਪੀਰੀਅੰਸ ਹੋ ਹੀ ਨਹੀਂ ਸਕਦਾ। ਸੁਪਨੇ ਵਿੱਚ ਵੀ ਉਹਦੇ ਮਨ ਦੇ ਅੰਦਰ ਕੋਈ ਇਹੋ ਜਿਹੇ ਖਿਆਲ ਜੋ ਮਾਇਆ ਦੇ ਵਿਕਾਰਾਂ ਤੋਂ ਪ੍ਰਭਾਵਿਤ ਹੋਣ, ਆ ਹੀ ਨਹੀਂ ਸਕਦੇ। ਇਸ ਤੋਂ ਅੱਗੇ ਅਗਲੀ ਪੰਕਤੀ 'ਚ ਗੁਰੂ ਸਾਹਿਬ ਕਹਿੰਦੇ ਹਨ, ਹਰ ਔਖਦ ਸਭ ਘਟ ਹੈ ਭਾਈ। तो ये सारी पौड़ी के अंदर जिस औखद, जिस औषधि की गल हो रही है, वो है नाम अमृत। पर जिवें असी जानते हाँ कि जदों दुनियावी लैवल के उत्ते, सरीरक पद्धर के उत्ते सानू कोई बीमारी हुंदी है, असी सियाणे कोलों, हकीम कोलों, डॉक्टर कोलों ਉਹਦਾ इलाज पुछते हाँ, ਉਹਦੀ दसी हुई दवाई लैके आते हाँ, फिर ਉਹਦੇ दसे हुए तरीके के मुताबिक वो दवाई खाते हाँ, ਤਾਂ ਉਹ ਸਾਡੀ बीमारी के उत्ते
ਉਸ ਦਵਾਈ ਦਾ ਅਸਰ ਹੁੰਦਾ ਹੈ ਤਾਂ ਹੌਲੀ ਹੌਲੀ ਸਾਡੇ ਸਰੀਰ ਚੋਂ ਬਿਮਾਰੀ ਰੋਗ ਨਿਕਲ ਜਾਂਦਾ ਹੈ। ਪਰ ਹਰ ਦਵਾਈ ਨੂੰ ਗ੍ਰਹਿਣ ਕਰਨ ਦਾ, ਦਵਾਈ ਨੂੰ ਵਰਤਣ ਦਾ ਇੱਕ ਤਰੀਕਾ ਹੁੰਦਾ ਹੈ। ਔਰ ਸਿਆਣਾ ਵੈਦ, ਸਿਆਣਾ ਡਾਕਟਰ ਸਾਨੂੰ ਸਮਝਾਉਂਦਾ ਹੈ ਕਿ ਵੀ ਇਹ ਦਵਾਈ ਇਸ ਡੋਜ਼ ਵਿੱਚ ਐਸੇ ਇੰਨੇ ਸਮੇਂ ਤੋਂ ਬਾਅਦ ਖਾਣੀ ਹੈ, ਇੰਨੇ ਵਕਫੇ ਤੋਂ ਬਾਅਦ ਖਾਣੀ ਹੈ, ਇਹਨਾਂ ਚੀਜ਼ਾਂ ਦਾ ਪਰਹੇਜ਼ ਕਰਨਾ ਹੈ। ਕੋਈ ਦਵਾਈ ਖਾਲੀ ਪੇਟ ਖਾਣ ਵਾਲੀ ਹੁੰਦੀ ਹੈ, ਕੋਈ ਦਵਾਈ ਖਾਣਾ ਖਾਣ ਤੋਂ ਬਾਅਦ ਖਾਣ ਵਾਲੀ ਹੁੰਦੀ ਹੈ। तो ਦਵਾਈ ਨੂੰ ਖਾਣ ਦਾ ਤਰੀਕਾ ਵੀ, ਦਵਾਈ ਦੀ ਡੋਜ਼ ਵੀ, ਉਹ ਸਭ ਸਮੇਂ ਦਾ ਜੋ ਉਹਦੇ ਅੰਦਰ ਜੋ ਹਿਸਾਬ ਰੱਖਣਾ ਹੁੰਦਾ ਹੈ, ਉਹ ਸਾਰੀਆਂ ਚੀਜ਼ਾਂ ਸਾਨੂੰ ਸਮਝਾਈਆਂ ਜਾਂਦੀਆਂ ਹਨ। ਤੇ ਜੇ ਉਹਨਾਂ ਨੂੰ ਇਗਨੋਰ ਕਰਕੇ ਅਸੀਂ ਆਪਣੀ ਮਨਮਰਜ਼ੀ ਮੁਤਾਬਕ ਗਲਤ ਤਰੀਕੇ ਦੇ ਨਾਲ ਦਵਾਈ ਖਾ ਲਈਏ ਤਾਂ ਉਹ ਦਵਾਈ ਕਈ ਵਾਰੀ ਅਸਰ ਨਹੀਂ ਕਰਦੀ ਔਰ ਕਈ ਵਾਰੀ ਗਲਤ ਅਸਰ ਵੀ ਹੋ ਜਾਂਦਾ ਹੈ ਔਰ ਲਾਭ ਹੋਣ ਦੀ ਬਜਾਏ ਨੁਕਸਾਨ ਹੋ ਜਾਂਦਾ ਹੈ। तो इसलिए ਜਦੋਂ ਵੀ ਦਵਾਈ ਦੀ ਵਰਤੋਂ ਕਰਨੀ ਹੋਵੇ ਤਾਂ ਉਹਦੀ ਵਿਧੀ, ਉਹਦੇ ਨਾਲ ਜੋ ਪਰਹੇਜ਼ ਹੈ, ਉਹ ਸਭ ਚੀਜ਼ਾਂ ਦੀ ਵਰਤੋਂ ਵੀ ਜ਼ਰੂਰੀ ਹੁੰਦੀ ਹੈ। ਇਵੇਂ ਹੀ ਗੁਰੂ ਸਾਹਿਬ ਇੱਕ ਸਿਆਣੇ ਵੈਦ ਦੀ ਤਰ੍ਹਾਂ ਇਹ ਨਾਮ ਔਖਦ ਦੀ ਜੋ ਵਰਤੋਂ ਹੈ ਉਹਦੇ ਬਾਰੇ ਵੀ ਸਾਨੂੰ ਕੁਐਸਚਨ ਕਰ ਰਹੇ ਹਨ ਔਰ ਸਮਝਾ ਰਹੇ ਹਨ ਕਿ ਹਰ ਔਖਦ ਸਭ ਘਟ ਹੈ ਭਾਈ, ਗੁਰ ਪੂਰੇ ਬਿਨ ਬਿਧ ਨਾ ਬਣਾਈ। ਕਹਿੰਦੇ ਹਨ ਕਿ ਵੀ ਇਹ ਦਵਾਈ ਤਾਂ ਜਿਹੜੀ ਨਾਮ ਰੂਪੀ ਦਵਾਈ ਹੈ, ਹਰੀ ਦੇ ਨਾਮ ਦੀ ਦਵਾਈ ਹੈ, ਇਹ ਸਭ ਜਗ੍ਹਾ ਯੂਨੀਵਰਸਲੀ ਅਵੇਲੇਬਲ ਹੈ। ਸਭ ਘਟ ਹੈ ਭਾਈ, ਸਭ ਦੇ ਹਿਰਦੇ ਦੇ ਅੰਦਰ ਹੈ, ਸਭ ਦੇ ਕੋਲ ਮੌਜੂਦ ਹੈ। ਇਹ ਇਹੋ ਜਿਹੀ ਦਵਾਈ ਨਹੀਂ ਹੈ ਜਿਹੜੀ ਲੈਣ ਵਾਸਤੇ ਕੈਮਿਸਟ ਕੋਲ ਜਾਣਾ ਪੈਂਦਾ ਹੈ। ਅੱਗੋਂ ਕੈਮਿਸਟ ਕਹਿੰਦਾ ਪਹਿਲੇ ਪਰਚਾ ਡਾਕਟਰ ਦਾ ਲੈ ਕੇ ਆਓ, ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਹੋਏਗਾ, ਆਥੋਰਾਈਜ਼ਡ ਹੋਏਗਾ ਇਸ ਏਰੀਆ ਦੇ ਵਿੱਚ, ਉਹਨੂੰ ਲਾਇਸੈਂਸ ਹੈ ਉਹਦੇ ਕੋਲ, ਤਾਂ ਉਹਦੀ ਲਿਖੀ ਹੋਈ ਦਵਾਈ ਜਿਹੜੀ ਹੈ ਮੈਂ ਉਹਨੇ ਜਿੰਨੀ ਉਹਨੇ ਲਿਖੀ ਹੈ ਉਨੀ ਦਵਾਈ ਦਿਆਂਗਾ, ਇੰਨੇ ਪੈਸੇ ਲਵਾਂਗਾ ਤੇ ਦਵਾਈ ਦਿਆਂਗਾ। तो ऐसी कोई ਇਹਦੇ 'ਚ ਰੁਕਾਵਟ ਹੈ ਹੀ ਨਹੀਂ ਹੈ। ਤੇ ਕਈ ਵਾਰੀ ਇਹ ਵੀ ਹੁੰਦਾ ਹੈ ਕਿ ਡਾਕਟਰ ਦਵਾਈ ਲਿਖ ਦਿੰਦਾ, ਉਹ ਇੰਨੀ ਮਹਿੰਗੀ ਹੁੰਦੀ ਹੈ ਕਿ ਮਰੀਜ਼ ਦੀ ਸਮਰੱਥਾ ਹੀ ਨਹੀਂ ਹੁੰਦੀ ਉਨੀ ਮਹਿੰਗੀ ਦਵਾਈ ਖਰੀਦ ਸਕਣ ਦੀ, ਤਾਂ ਫਿਰ ਉਹ ਦਵਾਈ ਵਰਤ ਨਹੀਂ ਸਕਦਾ। ਪਰ ਇਹੋ ਜਿਹੀਆਂ ਕੋਈ ਕੰਡੀਸ਼ਨਾਂ, ਇਹੋ ਜਿਹੀਆਂ ਕੋਈ ਮੁਸ਼ਕਲਾਂ ਇਸ ਦਵਾਈ ਦੇ ਵਰਤਣ 'ਚ ਨਹੀਂ ਹਨ। ਪਰ ਫਿਰ ਵੀ ਇੱਕ ਚੀਜ਼ ਜਿਹੜੀ ਜ਼ਰੂਰੀ ਹੈ ਉਹ ਹੈ ਦਵਾਈ ਨੂੰ ਵਰਤਣ ਦੀ ਵਿਧੀ ਅਤੇ ਜੋ ਪਰਹੇਜ਼, ਉਹ ਜ਼ਰੂਰੀ ਹਨ। तो ਇਹ ਦਵਾਈ ਦੀ ਅਵੇਲੇਬਿਲਿਟੀ ਤਾਂ ਸਭ ਜਗ੍ਹਾ ਤੇ ਹੈ, ਹਰ ਔਖਦ ਸਭ ਘਟ ਹੈ ਭਾਈ। ਸਭ ਘਟ ਮਤਲਬ ਹਰ ਜਗ੍ਹਾ ਤੇ, ਹਰ ਕਿਸੇ ਦੇ ਹਿਰਦੇ ਦੇ ਵਿੱਚ ਸਭ ਨੂੰ ਅਵੇਲੇਬਲ ਹੈ, ਹਰ ਇਨਸਾਨ ਨੂੰ ਅਵੇਲੇਬਲ ਹੈ। ਕੋਈ ਵੀ ਇਨਸਾਨ ਚਾਹੇ ਹਰੀ ਦਾ ਨਾਮ ਜਪ ਸਕਦਾ ਹੈ। ਉਹ ਇਹ ਦਵਾਈ ਜਿਹੜੀ ਨਾਮ ਦੀ, ਪ੍ਰਮਾਤਮਾ ਦੇ ਨਾਮ ਦੀ ਦਵਾਈ ਹੈ, ਸਭ ਕੋਲ ਅਵੇਲੇਬਲ ਹੈ। ਪਰ ਅਗਲੇ ਪੰਕਤੀ 'ਚ ਗੁਰੂ ਸਾਹਿਬ ਕੁਐਸਚਨ ਕਰ ਰਹੇ ਹਨ, ਗੁਰ ਪੂਰੇ ਬਿਨ ਬਿਧ ਨਾ ਬਣਾਈ। ਪੂਰੇ ਗੁਰੂ ਦੀ ਸਿੱਖਿਆ ਤੋਂ ਬਿਨਾ ਇਹਦੀ ਜੋ ਵਿਧੀ ਹੈ, ਜੋ ਇਹ ਤਰੀਕਾ ਹੈ, ਜੋ ਢੰਗ ਹੈ, ਇਸ ਢੰਗ ਨਾਲ ਪ੍ਰਮਾਤਮਾ ਦਾ ਨਾਮ ਜਪਿਆ ਆਤਮਿਕ ਤਰੱਕੀ ਹੁੰਦੀ ਹੈ, ਵਿਕਾਰਾਂ ਤੋਂ ਛੁਟਕਾਰਾ ਮਿਲਦਾ ਹੈ, ਉਹ ਸੋਝੀ ਪੂਰੇ ਗੁਰੂ ਤੋਂ ਬਿਨਾ ਨਹੀਂ ਪ੍ਰਾਪਤ ਹੁੰਦੀ। ਹੁਣ ਨਾਮ ਤਾਂ ਜਿਵੇਂ ਇਸ ਪੰਕਤੀ 'ਚ ਗੱਲ ਕੀਤੀ ਗਈ ਹੈ, ਪਤਾ ਸਭ ਨੂੰ ਹੁੰਦਾ ਹੈ। परमात्मा ਦੇ ਨਾਮ ਕੋਈ ਇਹ ਤਾਂ ਹੈ ਨਹੀਂ ਵੀ ਕੋਈ ਇੱਕ ਪਾਰਟਿਕੂਲਰ ਹੀ ਅੱਖਰ ਹੈ ਉਹ ਨਾਮ ਹੈ। ਗੁਰਬਾਣੀ ਦੇ ਅਨੁਸਾਰ ਪ੍ਰਮਾਤਮਾ ਦੇ ਬੇਅੰਤ ਨਾਮ ਹਨ ਤੇ ਉਹ ਨਾਮ ਕਈ ਵਾਰੀ ਤਾਂ ਐਸੇ ਵੀ ਹਨ ਜਿਹੜੇ ਆਮ ਸਾਡੇ ਜਾਣ ਪਛਾਣ ਵਾਲੇ ਲੋਕਾਂ ਦੇ ਜੋ ਪ੍ਰੋਪਰ ਨੇਮ ਨੇ ਉਹ ਵੀ ਪ੍ਰਮਾਤਮਾ ਦੇ ਨਾਮ ਵਾਲੇ ਹੁੰਦੇ ਹਨ। ਬੜੇ ਲੋਕੀ ਸਾਡੇ ਜਾਣ ਪਛਾਣ ਵਾਲੇ ਹਨ, ਜੋ ਜਗਦੀਸ਼ ਸਿੰਘ ਹਨ, ਕੋਈ ਅਬਨਾਸ਼ੀ ਸਿੰਘ ਹੈ, ਕੋਈ ਗੋਬਿੰਦ ਸਿੰਘ ਵੀ ਹੈ, ਕੋਈ ਨਾਨਕ ਸਿੰਘ ਹੈ, ਕੋਈ ਰਾਮ ਸਿੰਘ ਹੈ। तो ये सारे ਜਿਹੜੇ ਨਾਮ ਨੇ, ਫਸਟ ਨੇਮ ਜਿਹੜੇ ਨੇ, ਉਹ ਸਾਰੇ ਹੀ ਪਰਮਾਤਮਾ ਦੇ ਨਾਮਾਂ ਦੇ ਵਿੱਚੋਂ ਹੀ ਲਏ ਗਏ ਨਾਮ ਨੇ। ਪਰ ਕਿਸੇ ਗੋਬਿੰਦ ਸਿੰਘ ਨੂੰ ਆਵਾਜ਼ ਮਾਰਨੀ ਕੋਈ ਪਰਮਾਤਮਾ ਦਾ ਨਾਮ ਲੈਣ ਵਾਲੀ ਗੱਲ ਨਹੀਂ ਹੈ। ਉਹ ਨਾਮ ਦੀ ਸੋਝੀ ਵੀ ਸਭ ਨੂੰ ਹੈ, ਸਭ ਨੂੰ ਪਤਾ ਹੈ ਕਿ ਇਹਨਾਂ ਅੱਖਰਾਂ ਦੇ ਨਾਲ ਪਰਮਾਤਮਾ ਨੂੰ ਦੇ ਨਾਮ ਜਿਹੜੇ ਹਨ ਉਹ ਨਿਯਤ ਕੀਤੇ ਜਾਂਦੇ ਹਨ, ਵਰਤੇ ਜਾਂਦੇ ਹਨ ਔਰ ਅਨੇਕਾਂ ਹੀ ਨਾਮ ਹਨ। ਔਰ ਇਹ ਗੱਲ ਵੀ ਗੁਰਬਾਣੀ ਸਾਨੂੰ ਦੱਸਦੀ ਹੈ ਕਿ ਭਈ ਪ੍ਰਮਾਤਮਾ ਦਾ ਸੰਪੂਰਨ ਨਾਮ ਤਾਂ ਕੋਈ ਇੱਕ ਹੋ ਹੀ ਨਹੀਂ ਸਕਦਾ, ਸਾਰੇ ਉਹਦੇ ਗੁਣਵਾਚਕ ਨਾਮ ਹਨ ਤੇ ਕਿਸੇ ਵੀ ਨਾਮ ਨਾਲ ਉਹਨੂੰ ਯਾਦ ਕੀਤਾ ਜਾ ਸਕਦਾ ਹੈ। ਇਹਦੇ ਬਾਰੇ ਵੀ ਕੋਈ ਕਿਸੇ ਵਾਸਤੇ ਕੋਈ ਪਰਹੇਜ਼ ਨਹੀਂ ਹੈ ਕਿ ਭਈ ਕਿਹੜਾ ਨਾਮ ਲੈਣਾ ਤੇ ਕਿਹੜਾ ਨਹੀਂ ਲੈਣਾ। ਕੋਈ ਨਾ ਲੈਣ ਵਾਲੀ ਕੋਈ ਗੱਲ ਹੀ ਨਹੀਂ ਹੈ। ਕੋਈ ਅੱਲਾ ਕਹੇ, ਕੋਈ ਰਾਮ ਕਹੇ, ਕੋਈ ਰਹੀਮ ਕਹੇ, ਕੋਈ ਵਾਹਿਗੁਰੂ ਕਹੇ, ਇਹਦੇ ਵਿੱਚ ਕੋਈ ਭਿੰਨ ਭੇਦ ਨਹੀਂ ਹੈ ਜਦ ਤੱਕ ਕਰਕੇ ਭਾਵਨਾ ਉਸ ਇੱਕ ਅਕਾਲ ਪੁਰਖ ਦੇ ਬਾਰੇ ਹੈ। ਸੋ ਹਰ ਔਖਦ ਸਭ ਘਟ ਹੈ ਭਾਈ,
ਇਹ ਸਭ ਹਿਰਦਿਆਂ ਦੇ ਵਿੱਚ ਹਰੀ ਰੂਪੀ ਜੋ ਨਾਮ ਦੀ ਔਸ਼ਧੀ ਹੈ, ਦਵਾਈ ਹੈ, ਸਭ ਨੂੰ ਅਵੇਲੇਬਲ ਹੈ। ਪਰ ਇਹਦਾ ਇਸਤੇਮਾਲ ਕਿਵੇਂ ਕਰਨਾ ਹੈ, ਉਸ ਨਾਮ ਨੂੰ ਕਿਵੇਂ ਹਿਰਦੇ 'ਚ ਵਸਾਉਣਾ ਹੈ, ਸੁਰਤ ਨੂੰ ਕਿਵੇਂ ਉਸ ਨਾਮ ਨਾਲ ਜੋੜਨਾ ਹੈ, ਇਹ ਸੋਝੀ ਜਿਹੜੀ ਹੈ ਪੂਰੇ ਗੁਰੂ ਤੋਂ ਬਿਨਾਂ ਇਹ ਸਮਝ ਨਹੀਂ ਆਉਂਦੀ। ਗੁਰ ਪੂਰੇ ਬਿਨ ਵਿਧ ਨਾ ਬਣਾਈ। ਵਿਧ ਦਾ ਅਰਥ ਹੁੰਦਾ ਵਿਧੀ, ਤਰੀਕਾ। ਇਹ ਤਰੀਕੇ ਦੀ ਸੋਝੀ ਪੂਰੇ ਗੁਰੂ ਤੋਂ ਬਿਨਾਂ ਸਮਝ ਨਹੀਂ ਆ ਸਕਦੀ। ਤੋਂ ਅੱਗੇ ਫਿਰ ਇਸੇ ਗੱਲ ਨੂੰ ਅਗਲੀਆਂ ਪੰਕਤੀਆਂ ਦੇ ਵਿੱਚ ਸਮਝਾ ਰਹੇ ਹਨ ਕਿ ਬਈ ਗੁਰ ਪੂਰੇ ਦੀ ਸ਼ਰਨ ਵਿੱਚ ਪੈ ਕੇ ਜਿਹੜਾ ਫਿਰ ਇਸ ਦਵਾਈ ਨੂੰ ਵਰਤਣ ਦਾ ਢੰਗ ਅਤੇ ਪਰਹੇਜ਼ ਸਮਝ ਲੈਂਦਾ ਹੈ, ਗੁਰੂ ਪਾਸੋਂ ਇਹ ਗਿਆਨ ਹਾਸਲ ਕਰ ਲੈਂਦਾ ਹੈ। ਗੁਰ ਪੂਰਾ ਸੰਜਮ ਕਰ ਦਿਆ ਨਾਨਕ ਤੋ ਫਿਰ ਦੁੱਖ ਨਾ ਦਿਆ। ਇਹ ਗੁਰ ਪੂਰਾ ਦੀ ਗੁਰੂ ਪੂਰੇ ਰਾਰੇ ਨੂੰ ਦੁਲਾਈਆਂ ਹਨ ਕਿ ਪੂਰੇ ਗੁਰੂ ਦੇ ਦੁਆਰਾ ਜਦੋਂ ਸੰਜਮ ਕਰ ਦਿੱਤਾ ਜਾਂਦਾ ਹੈ, ਪੂਰਾ ਜੋ ਪਰਹੇਜ਼ ਨਿਯਤ ਕਰ ਦਿੱਤਾ ਜਾਂਦਾ ਗੁਰੂ ਦੁਆਰਾ, ਜਿਹੜਾ ਇਨਸਾਨ ਫਿਰ ਉਸ ਸੰਜਮ ਨੂੰ, ਉਸ ਪਰਹੇਜ਼ ਨੂੰ ਫਾਲੋ ਕਰਦਾ ਹੈ, ਤਾਂ ਫਿਰ ਉਹਨੂੰ ਮੁੜ ਕੇ ਕਦੀ ਕੋਈ ਦੁੱਖ ਨਹੀਂ ਹੁੰਦਾ। ਉਹਦੇ ਜੀਵਨ ਵਿੱਚੋਂ ਫਿਰ ਦੁੱਖ ਖਤਮ ਹੋ ਜਾਂਦੇ ਹਨ, ਕਿਉਂਕਿ ਜਿਹੜੇ ਗੁਰੂ ਦੇ ਦੱਸੇ ਹੋਏ ਤਰੀਕੇ ਔਰ ਪਰਹੇਜ਼ ਦੇ ਮੁਤਾਬਕ ਜਿਹੜਾ ਬੰਦਾ ਪਰਮਾਤਮਾ ਦੇ ਨਾਮ ਦੇ ਨਾਲ ਸੁਰਤ ਨੂੰ ਜੋੜਦਾ ਹੈ, ਤਾਂ ਉਹਦੇ ਅੰਦਰੋਂ ਵਿਕਾਰ ਖਤਮ ਹੋ ਜਾਂਦੇ ਹਨ। ਜੇ ਵਿਕਾਰ ਖਤਮ ਹੋ ਜਾਂਦੇ ਹਨ ਤਾਂ ਭਾਵ ਇਹ ਹੈ ਕਿ ਕੋਈ ਵਿਕਾਰਾਂ ਦੇ ਪ੍ਰਭਾਵ ਦੇ ਅਧੀਨ ਕੀਤਾ ਹੋਇਆ ਕੋਈ ਕੰਮ ਵੀ ਉਹਦੀ ਜ਼ਿੰਦਗੀ ਵਿੱਚੋਂ ਨਹੀਂ ਆਏਗਾ, ਨਹੀਂ ਕਰੇਗਾ। ਉਹ ਵਿਕਾਰਾਂ ਦੇ ਅਧੀਨ ਕੋਈ ਕੰਮ ਨਹੀਂ ਕਰੇਗਾ ਤੇ ਕੋਈ ਮਾੜਾ ਕੰਮ ਨਹੀਂ ਕਰੇਗਾ। ਮਾੜਾ ਕੰਮ ਨਹੀਂ ਕਰੇਗਾ ਤੇ ਉਹਨੂੰ ਕੋਈ ਉਹਦੀ ਸਜ਼ਾ ਵੀ ਭੁਗਤਣੀ ਨਹੀਂ ਪਏਗੀ, ਤੇ ਫਿਰ ਜ਼ਿੰਦਗੀ 'ਚ ਕੋਈ ਦੁੱਖ ਦਰਦ ਤਕਲੀਫ ਵੀ ਮਹਿਸੂਸ ਨਹੀਂ ਹੋਏਗੀ। ਸੋ ਇਸ ਸਾਰੀ ਪੌੜੀ ਦੇ ਅੰਦਰ ਇਸ ਰੋਗ ਨੂੰ ਜਿਹੜਾ ਹਰ ਦੁਨੀਆਦਾਰ ਇਨਸਾਨ ਨੂੰ ਲੱਗਾ ਹੋਇਆ ਹੈ, ਵਿਕਾਰਾਂ ਦਾ, ਜੋ ਸਭ ਦੇ ਹਿਰਦੇ 'ਚ ਵਸਿਆ ਹੋਇਆ ਹੈ, ਜਿਹੜਾ ਸ਼ਲੋਕ ਦੇ ਵਿੱਚ ਜਿਵੇਂ ਜ਼ਿਕਰ ਕੀਤਾ ਸੀਗਾ ਤੇ ਲਾਲਚ, ਝੂਠ, ਵਿਖੇ, ਵਿਆਧ, ਇਹ ਜੋ ਵਿਖੇ ਰੂਪੀ ਵਿਆਧ ਜਿਹੜੀ ਹੈ, ਬਿਮਾਰੀ ਜਿਹੜੀ ਹੈ, ਜੋ ਇਸ ਦੇਹੀ ਮੈਂ ਵਾਸ ਹੈ, ਜੋ ਸਭ ਦੀ ਦੇਹੀ ਦੇ ਜਿਹਦਾ ਵਾਸ ਹੈ, ਉਹ ਨਾਮ ਔਖਦ ਦੇ ਰਾਹੀਂ ਉਹਦਾ ਇਲਾਜ ਹੁੰਦਾ ਹੈ। ਉਸ ਨਾਮ ਔਸ਼ਧ ਦੀ ਗੱਲ ਜਿਹੜੀ ਹੈ, ਉਹਦੀ ਵਰਤੋਂ, ਉਹਦੇ ਲਾਭ, ਉਹਦੇ ਵਰਤਨ ਦਾ ਤਰੀਕਾ, ਉਹਦਾ ਪਰਹੇਜ਼ ਜੋ ਪੂਰੇ ਗੁਰੂ ਪਾਸੋਂ ਸੋਝੀ ਮਿਲਦੀ ਹੈ, ਉਹ ਗੁਰੂ ਸਾਹਿਬ ਨੇ ਇਸ ਪੌੜੀ 'ਚ ਐਕਸਪਲੇਨ ਕੀਤੀ ਹੈ। ਤੇ ਨਾਲ ਹੀ ਇਹ ਅਸ਼ੋਰੈਂਸ ਦਿੱਤੀ ਹੈ ਕਿ ਜਿਹੜਾ ਗੁਰੂ ਦੀ ਦੱਸੀ ਹੋਈ ਵਿਧੀ ਨਾਲ ਆਪਣੇ ਅੰਦਰੋਂ ਜੋ ਪਰਹੇਜ਼ ਕਰਨ ਵਾਲੇ ਕੰਮ ਹਨ ਉਹਨਾਂ ਦੀ ਵੀ ਨਾਲ ਪ੍ਰੈਕਟਿਸ ਕਰ ਲੈਂਦਾ ਹੈ ਅਤੇ ਗੁਰੂ ਦੇ ਦੱਸੇ ਹੋਏ ਤਰੀਕੇ ਦੇ ਨਾਲ ਪਰਮਾਤਮਾ ਦੇ ਨਾਮ ਦੇ ਨਾਲ ਸੁਰਤ ਜੋੜਦਾ ਹੈ, ਤਾਂ ਉਹਦੇ ਜੀਵਨ ਦੇ ਵਿੱਚੋਂ ਫਿਰ ਇਹ ਵਿਕਾਰਾਂ ਦੇ ਦੁੱਖ ਜਿਹੜੇ ਆ ਉਹ ਖਤਮ ਹੋ ਜਾਂਦੇ ਹਨ। ਅਗਲੀ ਪੌੜੀ ਦੇ ਨਾਲ ਜੋ 46 ਨੰਬਰ ਪੌੜੀ ਦੇ ਨਾਲ ਜੋ ਸ਼ਲੋਕ ਹੈ, ਸ਼ਲੋਕ ਵਾਸੁਦੇਵ ਸਰਬत्र ਮੈ ਊਨ ਨ ਕਤਹੂ ਠਾਏ, ਅੰਤਰ ਬਾਹਰ ਸੰਗ ਹੈ ਨਾਨਕ ਕਾਏ ਦੁਰਾਏ। ਉਹ ਹੁਣ ਪਿਛਲੀ ਪੌੜੀ 'ਚ ਗੱਲ ਕੀਤੀ ਸੀਗੀ ਕਿ ਨਾਮ ਔਖਦ ਜਿਹੜਾ ਹੈ ਉਹ ਸਭ ਘਟ ਵਿੱਚ ਹੈ, ਸਭ ਜਗ੍ਹਾ ਅਵੇਲੇਬਲ ਹੈ। ਪਰਮਾਤਮਾ ਦਾ ਨਾਮ ਸਭ ਹਿਰਦਿਆਂ ਦੇ ਵਿੱਚ ਹੈ। ਉਸੇ ਹੀ ਭਾਵ ਨੂੰ ਇਹ ਸ਼ਲੋਕ ਦੇ ਅੰਦਰ ਵੀ ਬਿਆਨ ਕਰ ਰਹੇ ਹਨ ਕਿ ਵਾਸੁਦੇਵ ਸਰਬତ୍ର ਮੈਂ। ਵਾਸੁਦੇਵ ਵੀ ਪਰਮਾਤਮਾ ਦਾ ਹੀ ਨਾਮ ਹੈ, ਪਰਮਾਤਮਾ ਦੇ ਨਾਮ ਵਜੋਂ ਹੀ ਵਰਤਿਆ ਗਿਆ ਹੈ। ਵੈਸੇ ਸਨਾਤਨ ਮਤ ਦੇ ਲਿਟਰੇਚਰ ਦੇ ਅੰਦਰ ਵਾਸੁਦੇਵ ਜਿਹੜਾ ਹੈ ਉਹ ਕ੍ਰਿਸ਼ਨ ਜੀ ਦੇ ਪਿਤਾ ਜੀ ਦਾ ਨਾਮ ਹੈ, ਪਰ ਗੁਰਬਾਣੀ ਦੇ ਅੰਦਰ ਵਾਸੁਦੇਵ ਲਫ਼ਜ਼ ਜਿਹੜਾ ਹੈ ਇਹ ਵੀ ਪਰਮਾਤਮਾ ਦੇ ਸੂਚਕ ਵਜੋਂ ਹੀ ਵਰਤਿਆ ਗਿਆ ਹੈ। ਔਰ ਉਸੇ ਗੁਣ ਦੇ ਦਾ ਹੀ ਬਿਆਨ ਇਸ ਸ਼ਲੋਕ ਵਿੱਚ ਵੀ ਹੋ ਰਿਹਾ ਹੈ ਕਿ ਵਾਸੁਦੇਵ ਪਰਮਾਤਮਾ ਸਰਬੱਤਰਮय ਸਭ ਜਗ੍ਹਾ ਤੇ ਮੌਜੂਦ ਹੈ। ਉਹ ਸਭ ਜਗ੍ਹਾ ਤੇ ਮੌਜੂਦ ਹੋਣ ਵਾਲਾ ਗੁਣ ਕੇਵਲ ਪਰਮਾਤਮਾ ਦਾ ਹੀ ਹੋ ਸਕਦਾ ਹੈ ਜੋ ਨਿਰਾਕਾਰ ਹੈ। ਕਿਸੇ ਵੀ ਆਕਾਰ ਵਾਲੇ ਵਿਅਕਤੀ, ਕਿਸੇ ਇਨਸਾਨ ਦੇ ਵਿੱਚ ਇਹ ਗੁਣ ਹੋ ਹੀ ਨਹੀਂ ਸਕਦਾ ਕਿ ਉਹ ਹਰ ਇੱਕੋ ਸਮੇਂ ਸਭ ਜਗ੍ਹਾ ਤੇ ਮੌਜੂਦ ਹੋ ਸਕੇ। तो ये लफ्ज गुरु परमात्मा वास्ते आया वासुदेव सर्वत्रमय ऊन न कतहू ठाए। ऊन ਦਾ ਅਰਥ ਹੁੰਦਾ ਹੈ ਐਬਸੈਂਸ, ਅਨਹੋਂਦ, ਊਣਤਾ। ਊਣਾ ਹੁੰਦਾ ਹੈ ਜਿਹਦੀ ਐਬਸੈਂਸ ਹੋਵੇ, ਜਿੱਥੇ ਨਾ ਪ੍ਰੈਜ਼ੈਂਸ ਹੋਵੇ। ਤੋ ਜਿਹੜੀ ਗੱਲ ਪਹਿਲੀ ਪੰਕਤੀ ਦੇ ਫਸਟ ਹਾਫ ਵਿੱਚ ਕੀਤੀ ਹੈ, ਉਸਨੇ ਦੂਜੇ ਐਂਗਲ ਤੋਂ ਲੈ ਕੇ ਤੇ ਸੇਮ ਹੀ ਫੈਕਟ ਨੂੰ ਡਿਸਕ੍ਰਾਈਬ ਕਰ ਰਹੇ ਹਨ ਕਿ ਵਾਸੁਦੇਵ ਸਰਬੱਤਰਮय ऊन न कतहू उठाए, कोई गैप नहीं है, निरंतर है, सब जगह मौजूद है और किसी थां भी ਉਹਦੀ ਅਣਹੋਂਦ ਨਹੀਂ ਹੈ। ਗੱਲ ਇੱਕੋ ਹੀ ਹੈ, ਭਾਵ ਸੇਮ ਹੈ, ਪਰ ਕਈ ਵਾਰੀ ਹੁੰਦਾ ਕੀ ਹੈ ਕਿ ਕਿਸੇ ਬੰਦੇ ਨੂੰ ਇਹ ਸ਼ਾਇਦ ਮਨ ਵਿੱਚ
ਸ਼ੰਕਾ ਹੋਵੇ ਕਿ ਬਈ ਹੋ ਸਕਦਾ ਹੈ ਵੀ ਇਹ ਇੱਕ ਥਾਂ ਤੇ ਵਿੱਚ ਹੋਵੇ ਤੇ ਵਿੱਚ ਥੋੜਾ ਜਿਹਾ ਗੈਪ ਵੀ ਹੋ ਸਕਦਾ ਹੈ ਤੇ ਵਿੱਚ ਕੋਈ ਜਗ੍ਹਾ ਤੇ ਹੋਏਗੀ ਜਿੱਥੇ ਪਰਮਾਤਮਾ ਸ਼ਾਇਦ ਨਾ ਹੋਏਗਾ। ਉਹ ਐਸੀ ਕੋਈ ਜਗ੍ਹਾ ਨਹੀਂ ਹੈ। ਇਹ ਨਹੀਂ ਹੈ ਕਿ ਪਰਮਾਤਮਾ ਸਿਰਫ ਧਰਮ ਮੰਦਿਰਾਂ, ਧਾਰਮਿਕ ਸਥਾਨਾਂ, ਗੁਰਦੁਆਰਿਆਂ, ਮਸਜਿਦਾਂ, ਚਰਚ, ਗਿਰਜਿਆਂ ਦੇ ਵਿੱਚ ਹੀ ਰਹਿੰਦਾ ਹੈ। ਪਰਮਾਤਮਾ ਸਾਰੀ ਸ੍ਰਿਸ਼ਟੀ, ਸਾਰੇ ਜੋ ਇਹ ਵਿਸ਼ਵ ਹੈ, ਸਾਰਾ ਜੋ ਸਾਰੀ ਉਹਦੀ ਜੋ ਕਾਇਨਾਤ ਹੈ, ਜਿਹਦੇ ਵਿੱਚ ਇਹ ਧਰਤੀ ਵੀ ਹੈ, ਬਾਕੀ ਆਕਾਸ਼, ਪੁਲਾੜ, ਸਭ ਕੁਝ, ਤਾਰੇ, ਸਿਤਾਰੇ, ਜੋ ਕੁਝ ਵੀ ਜਿਹਦੇ ਬਾਰੇ ਸਾਨੂੰ ਗਿਆਨ ਨਹੀਂ ਵੀ ਹੈ, ਉਹ ਸਭ ਕੁਝ ਜੋ ਉਸ ਪਰਮਾਤਮਾ ਦੇ ਹੈ, ਉਹ ਸਾਰੀ ਦੇ ਅੰਦਰ ਉਹ ਰਮਿਆ ਹੋਇਆ ਹੈ। ਔਰ ਕੋਈ ਵੀ ਜਗ੍ਹਾ ਐਸੀ ਨਹੀਂ ਹੈ ਜਿੱਥੇ ਉਹਦੀ ਹੋਂਦ ਨਾ ਹੋਵੇ। तो इस फैक्ट ਨੂੰ ਗੁਰੂ ਸਾਹਿਬ ਜੋ ਹੈ ਦ੍ਰਿੜ ਕਰਵਾ ਰਹੇ ਹਨ ਕਿ ਵਾਸੁਦੇਵ ਸਰਬੱਤਰ ਮੈਂ ਊਨ ਨਾ ਕਤੂ ਉਠਾਏ। ਹੁਣ ਜਦੋਂ ਸਭ ਜਗ੍ਹਾ ਤੇ ਮੌਜੂਦ ਹੈ, ਕਿਧਰੇ ਵੀ ਉਹਦੀ ਅਣਹੋਂਦ ਨਹੀਂ ਹੈ, ਤਾਂ ਅੰਤਰ ਬਾਹਰ ਸੰਗ ਹੈ, ਨਾਨਕ ਕਾਏ ਤੁਰਾਏ। ਕਿ ਜਦ ਉਹ ਅੰਦਰ ਜੀਵਾਂ ਦੇ ਅੰਦਰ ਵੀ ਹੈ, ਬਾਹਰ ਵੀ ਹੈ, ਹਰ ਵੇਲੇ ਸਾਡੇ ਨਾਲ ਹੀ ਹੈ, ਹਰ ਜਗ੍ਹਾ ਮੌਜੂਦ ਹੈ ਹੀ ਹੈ, ਤਾਂ ਫਿਰ ਨਾਨਕ ਕਾਏ ਦੁਰਾਏ, ਫਿਰ ਉਹਦੇ ਕੋਲੋਂ ਦੁਰਾਏ ਭਾਵ ਲੁਕਾ ਛੁਪਾ ਕਿਵੇਂ ਹੋ ਸਕਦਾ ਹੈ? ਭਾਵ ਨਹੀਂ ਹੋ ਸਕਦਾ। ਇਹ ਫਿਰ ਇੱਕ ਸਵਾਲੀਆ ਫਿਕਰੇ ਵਾਲਾ ਤਰੀਕਾ ਗੁਰੂ ਸਾਹਿਬ ਇਸਤੇਮਾਲ ਕਰ ਰਹੇ ਹਨ ਕਿ ਵੀ ਜਿਹੜਾ ਸਾਡੇ ਅੰਦਰ ਬਾਹਰ ਅੰਗ ਸੰਗ ਹੈ, ਹਰ ਵੇਲੇ ਨਾਲ ਹੈ, ਉਹਦੇ ਤੋਂ ਕੋਈ ਚੀਜ਼ ਕਿਵੇਂ ਛੁਪਾਈ ਜਾ ਸਕਦੀ ਹੈ? ਦੁਰਾਏ ਦਾ ਜੋ ਅਖਰੀ ਹੁੰਦਾ ਹੈ ਲੁਕਾ, ਜਿਹਦੇ ਕੋਲੋਂ ਕੋਈ ਪਰਦਾ ਕਰ ਲਿਆ ਜਾਵੇ, ਛੁਪਾ ਲਿਆ ਜਾਵੇ, तो परमात्मा पासों कोई चीज छुपाई नहीं जा सकती। ये गल गुरु साहब दृढ़ करवा रहे हैं क्योंकि वो सर्व व्यापक है, ਉਹਦੇ ਹੋਣ ਤੋਂ ਬਿਨਾ ਕੋਈ ਥਾਂ ਨਹੀਂ ਹੈ। ਸਾਡੇ ਅੰਦਰ ਬਾਹਰ ਵੀ ਹੈ, ਸਾਡੇ ਅੰਦਰ ਵੀ ਹੈ। ਕਿਤੇ ਕਿਸੇ ਨੂੰ ਇਹ ਹੋਵੇ ਕਿ ਜੋ ਮੈਂ ਮਨ ਦੇ ਅੰਦਰ ਸੋਚ ਰਿਹਾ ਵਾਂ, ਉਹ ਥੋੜਾ ਕੋਈ ਪਰਮਾਤਮਾ ਨੂੰ ਪਤਾ ਲੱਗਣਾ ਹੈ। ਉਹ ਤੇ ਸਿਰਫ ਮੇਰੇ ਮਾਈਂਡ ਵਿੱਚ ਹੈ, ਮੈਨੂੰ ਹੀ ਪਤਾ ਹੈ। ਤੇ ਜੋ ਸਾਡੇ ਮਾਈਂਡ ਵਿੱਚ ਹੈ ਉਹ ਵੀ ਪਰਮਾਤਮਾ ਨੂੰ ਪਤਾ ਹੈ, ਉਹ ਸਾਡੇ ਅੰਦਰ ਵੀ ਬੈਠਾ ਹੈ। तो इसलिए ਉਹਦੇ ਤੋਂ ਕਿਸੇ ਚੀਜ਼ ਦਾ ਕੋਈ ਲੁਕਾ ਨਹੀਂ ਹੋ ਸਕਦਾ। ਕਈ ਲੋਕਾਂ ਦੇ ਮਨਾਂ 'ਚ ਸ਼ਾਇਦ ਭਰਮ ਹੋਵੇ ਕਿ ਬਈ ਅਸੀਂ ਜੋ ਚੀਜ਼ ਦੁਨੀਆ ਦੇ ਲੋਕਾਂ ਕੋਲੋਂ ਛੁਪਾ ਸਕਦੇ ਹਾਂ, ਉਹ ਸ਼ਾਇਦ ਰੱਬ ਕੋਲੋਂ ਵੀ ਛੁਪਾ ਸਕਦੇ ਹਾਂ। ਜੋ ਪਰਦੇ ਪਿੱਛੇ ਜਾਂ ਦਰਵਾਜ਼ੇ ਬੰਦ ਕਰਕੇ ਜਿਹੜੇ ਅਸੀਂ ਕੰਮ ਕਰਦੇ ਹਾਂ, ਉਹ ਲੋਕਾਂ ਨੂੰ ਨਹੀਂ ਪਤਾ ਲੱਗਦੇ ਤੇ ਸ਼ਾਇਦ ਪਰਮਾਤਮਾ ਨੂੰ ਵੀ ਨਾ ਪਤਾ ਲੱਗਣ, ਪਰ ਐਸਾ ਕੁਝ ਨਹੀਂ ਹੋ ਸਕਦਾ। ਇੰਨਾ ਹੀ ਨਹੀਂ, ਜੋ ਕੁਝ ਅਸੀਂ ਮਨ ਦੇ ਵਿੱਚ ਸਿਰਫ ਸੋਚਦੇ ਹੀ ਹਾਂ, ਕਰਦੇ ਨਹੀਂ, ਅਜੇ ਸਿਰਫ ਮਨ 'ਚ ਵਿਚਾਰ ਹੀ ਹੈ, ਪਰਮਾਤਮਾ ਉਹਨਾਂ ਵਿਚਾਰਾਂ ਬਾਰੇ ਵੀ ਜਾਣੂ ਹੈ, ਅੰਤਰਜਾਮੀ ਹੈ। तो श्लोक के अंदर ये सिद्धांत गुरु साहब ने दृढ़ करवाया है। ਹੁਣ ਪੌੜੀ ਦੇ ਅੰਦਰ ਵਵੇ ਅੱਖਰ ਦੇ ਰਾਹੀਂ ਗੁਰੂ ਸਾਹਿਬ ਫਰਮਾ ਰਹੇ ਹਨ, ਵਵਾ ਵੈਰ ਨਾ ਕਰੀਏ ਕਾਹੂ, ਘਟ ਘਟ ਅੰਤਰ ਬ੍ਰਹਮ ਸਮਾਹੂ, ਵਾਸਦੇਵ ਜਲ ਥਲ ਮੈਂ ਰਵਿਆ, ਗੁਰ ਪ੍ਰਸਾਦ ਵਿਰਲੇ ਹੀ ਗਵਿਆ, ਵੈਰ ਵਿਰੋਧ ਮਿਟੇ ਤੇ ਮਨ ਤੇ, हर कीर्तन गुरमुख जो सुनते, वर्ण चैन सगला ते रहता, नानक हर हर गुरमुख जो कहता। तो ववे अखर दे राही गुरु साहब प्रेरणा कर रहे हैं कि भाई सब दे अंदर वो पार ब्रह्म है, सब थाई वो पार ब्रह्म है, साडे अंदर भी वो पार ब्रह्म है, सब जीवां दे अंदर वो पार ब्रह्म है। तो फिर वैर किदे नाल, दुश्मनी किदे नाल? पार ब्रह्म की जोत ही तो सब दे अंदर है। सानू किहड़ा भरम पिया होया है कि वो मेरा मित्र है ते दूजा मेरा दुश्मन है। तो गुरु साहब इसलिए प्रेरणा कर रहे हैं कि जब हर हिरदे दे अंदर वो परमात्मा समाया होया है, ਉਹਦੀ जोत सब दे अंदर मौजूद है, तो हरेक शरीर में जब परमात्मा की जोत है, ब्रह्म परमात्मा वास्ते आया है, घट घट अंतर ब्रह्म समाहू, समाहू मैंने समाया होया है। तो फिर वैर ना करिए, प्रेरणा कर रहे हैं कि किसी नाल वैर नहीं करना चाहिए। ਵੈਰ ਤਾਂ ਬੰਦਾ ਉਹਦੇ ਨਾਲ ਕਰਦਾ ਹੈ ਨਾ ਜਿਹੜਾ ਕੋਈ ਬੇਗਾਨਾ ਹੋਵੇ। ਜਿਵੇਂ ਅੱਜ ਕੱਲ ਸਾਡੇ ਸਾਰੇ ਮੀਡੀਆ ਦੇ ਅੰਦਰ ਸਭ ਜਗ੍ਹਾ ਜਿੱਥੇ ਕਿਤੇ ਰੌਲਾ ਹੁੰਦਾ ਹੈ, ਇਹ ਕੰਮ ਪਾਕਿਸਤਾਨ ਵਾਲੇ ਕਰ ਰਹੇ ਨੇ, ਉਹ ਸਾਡੇ ਵੈਰੀ ਹਨ। ਪਾਕਿਸਤਾਨ ਸਾਡਾ ਵੈਰੀ ਹੈ। ਪਾਕਿਸਤਾਨ ਦੇ ਭਾਵੇਂ ਬੰਦੇ ਜਿਵੇਂ ਇਨਸਾਨ ਹੀ ਨਹੀਂ ਹਨ। ਇਹ ਠੀਕ ਹੈ ਕਿ ਬਈ ਉੱਥੋਂ ਦੇ ਕੁਝ ਇੱਕ ਜਿਸ ਤਰ੍ਹਾਂ ਦੇ ਸਾਡੇ ਇੱਥੇ ਰਾਜਨੀਤਿਕ ਹਨ, ਜਿਹੜੇ ਜਨਤਾ ਨੂੰ ਬੇਵਕੂਫ ਬਣਾਉਣ ਦੇ ਹਰ ਤਰੀਕਾ ਵਰਤਦੇ ਹਨ। ਉੱਥੋਂ ਦੇ ਵੀ ਹੁਕਮਰਾਨ ਹਨ ਜਿਹੜੇ ਉੱਥੋਂ ਦੀ ਜਨਤਾ ਨੂੰ ਬੇਵਕੂਫ ਬਣਾਉਂਦੇ ਹਨ। ਸਭ ਉਹਨਾਂ ਦੇ ਆਪਣੇ ਸਵਾਰਥ ਹੁੰਦੇ ਹਨ। ਪਰ ਇਹ ਗੱਲ ਅਸੀਂ ਕਿਉਂ ਭੁੱਲ ਜਾਂਦੇ ਹਾਂ ਕਿ ਇੱਕ ਬਾਰਡਰ ਜ਼ਮੀਨ ਦੇ ਉੱਤੇ, ਇੱਕ ਬਾਰਡਰ ਦੇ ਉੱਤੇ ਲਾਈਨ ਲਗਾ ਦਿੱਤੀ ਗਈ ਹੈ। ਉਸ ਲਾਈਨ ਨੂੰ ਪਾਰ ਕਰਦਿਆਂ ਸਾਰੀ ਕਿ ਇਨਸਾਨ
ਇਨਸਾਨ ਨਹੀਂ ਰਹਿੰਦਾ, ਜਾਂ ਉਹਨਾਂ ਦੇ ਅੰਦਰ ਪਰਮਾਤਮਾ ਦੀ ਜੋਤ ਨਹੀਂ ਹੁੰਦੀ। ਸੋ ਇਸ ਕਰਕੇ ਸਿਰਫ ਇਹ ਸਾਡੀਆਂ ਆਪਣੀਆਂ ਹੀ ਬਣਾਈਆਂ ਹੋਈਆਂ ਵੰਡੀਆਂ ਦੇ ਨਾਲ ਹੀ ਅਸੀਂ ਕਿਸੇ ਨੂੰ ਵੈਰੀ ਮਿਥ ਲੈਂਦੇ ਹਾਂ। ਫਿਰ ਆਪਣੇ ਹੀ ਦੇਸ਼ ਦੇ ਅੰਦਰ ਹੀ ਵੈਰੀ ਹੋ ਜਾਂਦੇ ਨੇ, ਇਹ ਸਾਡੀ ਪਾਰਟੀ ਦਾ ਹੈ, ਉਹ ਸਾਡੀ ਪਾਰਟੀ ਦਾ ਨਹੀਂ ਹੈ, ਉਹ ਸਾਡਾ ਵੈਰੀ ਹੋ ਗਿਆ। ਜੋ ਹੁਣ ਅੱਜ ਕੱਲ੍ਹ ਇਲੈਕਸ਼ਨ ਹੋ ਰਹੀ ਹੈ ਬੰਗਾਲ ਦੇ ਵਿੱਚ, ਜੋ ਰੌਲਾ ਤੇ ਮਾਰ ਕੁਟਾਈ ਤੇ ਦੰਗਾ ਫਸਾਦ ਤੇ ਖੂਨ ਖਰਾਬਾ ਹੋ ਰਿਹਾ ਹੈ, ਕਿਸ ਕਰਕੇ ਜੀ? ਇਹ ਬੀਜੇਪੀ ਦੇ ਸਪੋਰਟਰ ਨੇ, ਉਹ ਟੀਐਮਸੀ ਦੇ ਸਪੋਰਟਰ ਨੇ, ਉਹ ਕਮਿਊਨਿਸਟਾਂ ਦੇ ਸਪੋਰਟਰ ਨੇ, ਇੱਕ ਦੂਜੇ ਦੇ ਜਾਨ ਦੇ ਵੈਰੀ ਬਣੇ ਹੋਏ। ਇਹ ਕੁਝ ਤਾਂ ਉਹ ਭੁੱਲ ਹੀ ਗਏ ਨੇ ਕਿ ਹੈ ਤੇ ਸਾਰੇ ਇਨਸਾਨ ਹੀ ਨੇ। ਤੇ ਜੇ ਭਲਾ ਤੁਹਾਨੂੰ ਇੱਕ ਦੇਸ਼ ਦਾ ਵੀ ਬੜਾ ਪਿਆਰ ਹੈ, ਦੇਸ਼ ਭਗਤੀ ਵਾਲੀਆਂ ਗੱਲਾਂ ਜਿਹੜੀਆਂ ਤੁਸੀਂ ਦੂਜਿਆਂ ਨੂੰ ਪ੍ਰਭਾਵਿਤ ਕਰਨ ਵਾਸਤੇ ਰੌਲਾ ਪਾ ਕੇ ਦੇਸ਼ ਭਗਤੀ ਦੀ ਗੱਲਾਂ ਕਰਦੇ ਹੋ, ਤਾਂ ਇਹ ਕਿਉਂ ਭੁੱਲ ਜਾਂਦੇ ਹੋ ਕਿ ਭਾਵੇਂ ਪਾਰਟੀ ਕਿਸੇ ਦਾ ਵੀ ਕੋਈ ਮੈਂਬਰ ਹੋਵੇ, ਹੈ ਤਾਂ ਉਹ ਇਸੇ ਦੇਸ਼ ਦਾ ਹੀ ਵਾਸੀ ਹੈ। ਜਿੰਨਾ ਕੋਈ ਇੱਕ ਦੇਸ਼ ਭਗਤ ਹੈ, ਉਹਨਾਂ ਕੋਈ ਦੂਜਾ ਦੇਸ਼ ਭਗਤ ਹੈ। ਪਰ ਇਹ ਸਭ ਚੀਜ਼ਾਂ ਜਿਹੜੀਆਂ ਹਨ, ਇਨਸਾਨ ਜਿਹੜਾ ਹੈ ਵਿਕਾਰਾਂ ਦੇ ਅਧੀਨ ਹੀ ਇਹਨਾਂ ਸਭ ਚੀਜ਼ਾਂ ਦੇ ਭੁਲੇਖਿਆਂ 'ਚ ਪੈ ਜਾਂਦਾ ਹੈ। ਔਰ ਗੁਰੂ ਸਾਹਿਬ ਜਿਹੜਾ ਹੈ ਇਸ ਕਰਕੇ ਪ੍ਰੇਰਨਾ ਕਰ ਰਹੇ ਹਨ, ਵਾ ਵੈਰ ਨਾ ਕਰੀਏ ਕਾਹੂ, ਘਟ ਘਟ ਅੰਤਰ ਬ੍ਰਹਮ ਸਮਾਉ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਇਨਸਾਨ ਨਾਲ ਜਿਹੜੇ ਵੈਰ ਕਰ ਰਹੇ ਹੁੰਦੇ ਹਨ, ਮੂੰਹ ਜ਼ਬਾਨੀ ਸਭ ਆਪਣੇ ਮੂੰਹ ਤੋਂ ਇਹ ਗੱਲਾਂ ਕਰਦੇ ਹਨ ਕਿ ਹਾਂ ਕਿ ਅਸੀਂ ਤਾਂ ਰੱਬ ਨੂੰ ਮੰਨਦੇ ਹਾਂ, ਉਹ ਰੱਬ ਤਾਂ ਸਭ ਜਗ੍ਹਾ ਹੈ, ਸਭ ਨੂੰ ਦੇਖ ਰਿਹਾ ਹੈ। ਪਰ ਉਹ ਸਮਝਦੇ ਹਨ ਕਿ ਵੀ ਜੋ ਅਸੀਂ ਕਰਦੇ ਹਾਂ ਉਹ ਸਾਡੀ ਅਸਲੀਅਤ ਨੂੰ ਨਹੀਂ ਦੇਖ ਰਿਹਾ, ਦੂਜੇ ਦੀ ਅਸਲੀਅਤ ਨੂੰ ਦੇਖ ਰਿਹਾ ਹੈ। ਉਹਨਾਂ ਦੇ ਕੀਤੇ ਮਾੜੇ ਕੰਮ ਨੂੰ ਉਹ ਦੇਖਦਾ ਹੈ, ਸਾਡੇ ਮਾੜੇ ਕੰਮ ਨੂੰ ਨਹੀਂ ਦੇਖਦਾ। ਉਹ ਇਹ ਇਨਸਾਨ ਦੀ ਫਿਤਰਤ ਹੈ ਕਿ ਉਹ ਜਾਣਦਿਆਂ ਬੁੱਝਦਿਆਂ ਹੋਇਆਂ ਵੀ ਔਗਣ ਕਰਦਾ ਹੈ, ਗਲਤ ਕੰਮ ਕਰਦਾ ਹੈ। ਤੋ ਇਸੇ ਕਰਕੇ ਵੀ ਗੁਰਬਾਣੀ ਸਾਨੂੰ ਇਹ ਬਾਰ-ਬਾਰ ਪ੍ਰੇਰਨਾ ਕਰਦੀ ਹੈ ਕਿ ਨਿਰਾ ਅਕਲੀ ਗਿਆਨ, ਅਕਲੀ ਸਮਝ ਸੂਝ ਨੌਲੇਜ ਜਿਹੜਾ ਹੈ ਉਹ ਹੈਲਪ ਨਹੀਂ ਕਰਦਾ ਜਦ ਤੱਕ ਇਹ ਚੀਜ਼ ਮਨ ਦੇ ਅੰਦਰ ਮਨ ਨਾ ਲਈ ਜਾਵੇ। ਜੇ ਕੋ ਮਨ ਜਾਣਾ ਮਨ ਕੋਏ, ਜੇ ਕੋਈ ਵਾਕਈ ਮਨ ਦੇ ਅੰਦਰ ਮਨ ਲਵੇ ਤਾਂ ਹੀ ਇਹ ਪ੍ਰੈਕਟੀਕਲ ਰੂਪ ਦੇ ਵਿੱਚ ਉਹਦੇ ਪ੍ਰਗਟ ਹੁੰਦੀ ਹੈ। ਨਹੀਂ ਤਾਂ ਮੂੰਹ ਜ਼ਬਾਨੀ ਬੋਲਦਿਆਂ ਹੋਇਆਂ ਵੀ, ਰੱਬ ਦੀ ਗੱਲ ਕਰਦਿਆਂ ਹੋਇਆਂ ਵੀ ਅਸੀਂ ਕੰਮ ਉਹੀ ਕਰਦੇ ਹਾਂ ਜੋ ਉਸ ਵਿਸ਼ਵਾਸ ਦੇ ਉਲਟ ਹੁੰਦੇ ਹਨ। ਤੋ ਇਸੇ ਕਰਕੇ ਗੁਰੂ ਸਾਹਿਬ ਪ੍ਰੇਰਨਾ ਕਰ ਰਹੇ ਹਨ, ਵਾ ਵੈਰ ਨਾ ਕਰੀਏ ਕਾਹੂ, ਘਟ ਘਟ ਅੰਤਰ ਬ੍ਰਹਮ ਸਮਾਹੂ। ਫਿਰ ਇਸੇ ਭਾਵ ਨੂੰ ਹੋਰ ਅੱਗੇ ਦ੍ਰਿੜ ਕਰਵਾਉਂਦੇ ਹਨ ਕਿ ਵਾਸੁਦੇਵ ਜਲ ਥਲ ਮੈਂ ਰਵਿਆ, ਗੁਰ ਪ੍ਰਸਾਦ ਵਿਰਲੇ ਹੀ ਗਵਿਆ। ਗਵਿਆ ਦਾ ਜੋ ਅਖਰੀ ਅਰਥ ਹੈ ਉਹ ਗਮ ਲਫ਼ਜ਼ ਤੋਂ ਗਵਿਆ ਬਣਿਆ ਹੈ। ਗਮਿਆ ਗਵਿਆ ਭਾਵ ਉਹਦੇ ਤੱਕ ਪਹੁੰਚ ਤਾਂ ਕਿਸੇ ਵਿਰਲੇ ਦੀ ਹੁੰਦੀ ਹੈ ਤਾਂ ਪਰਮਾਤਮਾ ਸਭ ਜਗ੍ਹਾ ਮੌਜੂਦ ਹੈ। ਘਟ ਘਟ ਅੰਤਰ ਹੈ, ਜਲ ਵਿੱਚ ਵੀ ਹੈ, ਥਲ ਵਿੱਚ ਵੀ ਹੈ। ਰਵਿਆ ਮਨੇ ਫੈਲਿਆ ਹੋਇਆ ਹੈ, ਮੌਜੂਦ ਹੈ, ਸਭ ਜਗ੍ਹਾ ਵਿਆਪਕ ਹੈ। ਪਰ ਗੁਰੂ ਦੀ ਕਿਰਪਾ ਸਦਕਾ ਹੀ ਕੋਈ ਵਿਰਲਾ ਹੀ ਹੈ ਜਿਹੜਾ ਉਹਦੇ ਤੱਕ ਪਹੁੰਚ ਕਰ ਸਕਦਾ ਹੈ। ਹੁਣ ਪਰਮਾਤਮਾ ਤੱਕ ਪਹੁੰਚ ਹੋਣ ਦਾ ਕੀ ਭਾਵ ਹੈ? ਜਿਹੜਾ ਹਰ ਹਿਰਦੇ 'ਚ ਵਸਿਆ ਸਾਡੇ ਅੰਦਰ ਵੀ ਬੈਠਾ ਹੈ, ਉਹਦੇ ਤੱਕ ਪਹੁੰਚ ਹੁੰਦੀ ਕਿਉਂ ਨਹੀਂ? ਉਹ ਹੁੰਦੀ ਇਸ ਕਰਕੇ ਨਹੀਂ ਹੈ ਕਿ ਸਾਡੇ ਅੰਦਰ ਹੀ ਆਪਣੀ ਹਉਮੈ ਦਾ ਪਰਦਾ ਹੁੰਦਾ ਹੈ, ਜੋ ਸਾਡੇ ਕਰਮਾਂ ਦੇ ਵਿੱਚ, ਸਾਡੇ ਐਕਸ਼ਨ ਦੇ ਵਿੱਚ, ਸਾਡੀ ਸੋਚ ਦੇ ਵਿੱਚ ਇਹ ਅਹਿਸਾਸ ਆਉਣ ਹੀ ਨਹੀਂ ਦਿੰਦਾ ਕਿ ਪਰਮਾਤਮਾ ਸਭ ਮੈਂ ਜੋਤ ਜੋਤ ਹੈ ਸੋਏ। ਇਹ ਅਹਿਸਾਸ ਖਤਮ ਹੋ ਜਾਂਦਾ ਸਾਡੇ ਅੰਦਰੋਂ। ਤੋ ਇਸ ਕਰਕੇ ਸਾਡੀ ਉਹ ਪਹੁੰਚ ਜਿਹੜੀ ਹੈ ਉਸ ਪਰਮਾਤਮਾ ਤੱਕ ਹੁੰਦੀ ਨਹੀਂ ਹੈ। ਸਾਡੇ ਆਪਣੇ ਅੰਦਰ ਬੈਠੇ ਹੋਏ ਪਰਮਾਤਮਾ ਤੱਕ ਵੀ ਸਾਡੀ ਪਹੁੰਚ ਨਹੀਂ ਹੁੰਦੀ। ਤੋ ਇਸ ਲਈ ਗੁਰੂ ਸਾਹਿਬ ਕਹਿੰਦੇ ਹਨ ਕਿ ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਸਦਕਾ ਵਿਰਲੇ ਹੀ ਗਵੇ, ਕਿਸੇ ਵਿਰਲੇ ਨੇ ਹੀ ਉਸ ਤੱਕ ਪਹੁੰਚ ਕੀਤੀ ਹੈ। ਭਾਵ ਜਿਨਨੇ ਆਪਣੇ ਅੰਦਰੋਂ ਇਹ ਜੋ ਵੈਰ ਵਿਰੋਧ ਦੀ ਭਾਵਨਾ ਨੂੰ ਜਿਨਨੇ ਮਿਟਾਇਆ ਹੈ, ਉਹ ਕੋਈ ਵਿਰਲਾ ਹੀ ਹੁੰਦਾ ਹੈ। ਔਰ ਉਹ ਵੀ ਉਹ ਹੁੰਦਾ ਹੈ ਜਿਹੜਾ ਗੁਰੂ ਦੀ ਕਿਰਪਾ ਸਦਕਾ ਇਸ ਅਵਸਥਾ ਨੂੰ ਪ੍ਰਾਪਤ ਕਰਦਾ ਹੈ, ਇਸ ਅਵਸਥਾ ਤੱਕ ਪਹੁੰਚਦਾ ਹੈ। ਬਹੁਤਾਤ ਹੁੰਦਾ ਕੀ ਹੈ ਕਿ ਅਸੀਂ ਹੁਣ ਦੇਖਦੇ ਹਾਂ ਕਿ ਜੇ ਧਰਮ ਸਥਾਨਾਂ ਦੇ ਉੱਤੇ ਬੜੀ ਆਵਾਜਾਈ ਹੁੰਦੀ ਹੈ, ਬੜੀਆਂ ਸੰਗਤਾਂ ਇਕੱਠੀਆਂ ਹੁੰਦੀਆਂ ਨੇ, ਕਿਸੇ ਵੀ ਧਰਮ ਦੀ ਜਗ੍ਹਾ ਹੋਵੇ, ਤੇ ਫਿਰ ਹੈਰਾਨੀ ਇਹ ਹੁੰਦੀ ਹੈ ਵੀ ਇੰਨੇ ਜ਼ਿਆਦਾ ਧਾਰਮਿਕ ਇਕੱਠ ਹੁੰਦੇ ਹਨ, ਇੰਨੀਆਂ ਧਾਰਮਿਕ ਗੁਣ ਗਾਇਨ ਹੁੰਦੇ ਹਨ, ਭਜਨ ਗਾਏ ਜਾਂਦੇ ਹਨ, ਕੀਰਤਨ ਕੀਤੇ ਜਾਂਦੇ ਹਨ, ਹੋਰ ਵਿਖਿਆਨ ਹੁੰਦੇ ਹਨ, ਸਭ ਦੇ ਵਿੱਚ ਰੱਬ ਦੀ ਗੱਲ ਕੀਤੀ ਜਾਂਦੀ ਹੈ, ਆਪਸੀ ਪ੍ਰੇਮ ਪਿਆਰ ਦੀ ਗੱਲ ਕੀਤੀ ਜਾਂਦੀ ਹੈ। ਪਰ ਦੁਨੀਆ ਦੇ ਵਿੱਚ ਲੜਾਈ ਝਗੜਾ, ਮਾਰ ਕੁਟਾਈ, ਖੂਨ ਖਰਾਬਾ, ਇਹੀ ਕੁਝ ਸਾਨੂੰ ਪੜ੍ਹਨ ਦੇਖਣ ਸੁਣਨ ਨੂੰ ਮਿਲਦਾ ਹੈ। ਤਾਂ ਕਾਰਨ ਕੀ ਹੈ? ਕਾਰਨ ਉਹੀ ਹੈ ਕਿ ਮੂੰਹ ਜ਼ਬਾਨੀ ਤਾਂ ਸਭ ਨੂੰ ਪਤਾ ਹੈ, ਪਰ ਐਕਸ਼ਨ ਦੇ ਵਿੱਚ ਕਿਸੇ ਦੇ ਵਿਰਲੇ ਦੇ ਹੀ ਆਉਂਦਾ ਹੈ। ਤਾਂ ਗੁਰਪ੍ਰਸਾਦ ਵਿਰਲਾ ਹੀ ਗਵਿਆ, ਕਿਸੇ ਵਿਰਲੇ ਨੇ ਹੀ ਅਸਲ ਵਿੱਚ ਪਰਮਾਤਮਾ ਨੂੰ ਆਪਣੇ ਹਿਰਦੇ 'ਚ ਵਸਾਇਆ ਹੈ। ਬਾਕੀ ਸਭ ਦੇ ਜ਼ਬਾਨ ਦੇ ਉੱਤੇ ਹੀ ਹੈ। ਤੇ ਕੁਝ ਇੱਕ ਤਾਂ ਐਸੇ ਵੀ ਹਨ ਜਿਨ੍ਹਾਂ ਦੀ ਜ਼ਬਾਨ ਤੇ ਵੀ ਨਹੀਂ ਹੈ, ਜਿਹੜੇ ਆਪਣੇ ਆਪ ਨੂੰ ਨਾਸਤਕ
कहना पसंद करते हैं, ਜਿਹੜੇ ਕਹਿੰਦੇ ਹਨ ਕਿ ਰੱਬ ਹੈ ਹੀ ਨਹੀਂ। ਤਾਂ ਚਲੋ ਉਹਨਾਂ ਦੀ ਭਾਵੇਂ ਗਿਣਤੀ ਥੋੜੀ ਹੈ, ਪਰ ਫਿਰ ਵੀ ਜਿਹੜੇ ਕਹਿਣ ਵਾਲੇ ਨੇ ਅੱਜ ਤੱਕ ਕਹਿੰਦੇ ਨੇ ਆਪਣੇ ਆਪ ਨੂੰ, ਜਿਹੜੇ ਰੱਬ ਦੀਆਂ ਗੱਲਾਂ ਮੂੰਹ ਜ਼ਬਾਨੀ ਕਰਦੇ ਹਨ, ਪ੍ਰੈਕਟੀਕਲੀ ਹੈਨ ਵਿਰਲੇ ਨਾ ਹੀ ਕਣੇ। ਉਹੀ ਗੱਲ ਇੱਥੇ ਵੀ ਗੁਰੂ ਸਾਹਿਬ ਸਮਝਾ ਰਹੇ ਹਨ ਕਿ ਗੁਰਪ੍ਰਸਾਦ ਵਿਰਲੇ ਹੀ ਗਵਿਆ, ਕਿਸੇ ਵਿਰਲੇ ਦੀ ਹੀ ਪਹੁੰਚ ਪਰਮਾਤਮਾ ਤੱਕ ਹੁੰਦੀ ਹੈ। ਅਸਲ ਦੇ ਵਿੱਚ ਸੰਜਮ ਦੇ ਨਾਲ, ਡਾਕਟਰ ਦੀ ਦੱਸੀ ਹੋਈ ਵਿਧੀ ਦੇ ਨਾਲ ਕੋਈ ਵਿਰਲਾ ਹੀ ਦਵਾਈ ਲੈਂਦਾ ਹੈ। ਭਾਵ ਪੂਰੇ ਗੁਰੂ ਦੀ ਦੱਸੀ ਹੋਈ ਤਰੀਕੇ ਦੇ ਨਾਲ, ਪੂਰੇ ਪਰਹੇਜ਼ ਦੇ ਨਾਲ ਕੋਈ ਵਿਰਲਾ ਹੀ ਨਾਮ ਦੇ ਨਾਲ ਸੁਰਤ ਜੋੜਦਾ ਹੈ। ਨਹੀਂ ਤਾਂ ਬਹੁਤਾਤ ਜਿਹੜੀ ਹੈ ਉਹ ਸਿਰਫ ਮੂੰਹ ਜ਼ਬਾਨੀ ਗੱਲਾਂ ਤੱਕ ਹੀ ਸੀਮਿਤ ਰਹਿੰਦੀ ਹੈ। ਤੋ ਗੁਰਪ੍ਰਸਾਦ ਵਿਰਲਾ ਹੀ ਗਵਿਆ। ਅਗਲੀ ਪੰਕਤੀ 'ਚ ਗੁਰੂ ਸਾਹਿਬ ਕਹਿੰਦੇ ਹਨ, ਵੈਰ ਵਿਰੋਧ ਮਿਟੇ ਤੇ ਮਨ ਤੇ, ਹਰ ਕੀਰਤਨ ਗੁਰਮੁਖ ਜੋ ਸੁਣਤੇ। ਹਾਂ, ਉਹਨਾਂ ਦੇ ਮਨ ਤੋਂ ਵੈਰ ਵਿਰੋਧ ਮਿਟ ਜਾਂਦੇ ਹਨ। ਤੇ ਮਨ ਤੇ, ਤਿਨਾਂ ਦੇ, ਉਹਨਾਂ ਦੇ ਮਨ ਤੋਂ ਵੈਰ ਵਿਰੋਧ ਮਿਟ ਜਾਂਦੇ ਹਨ। ਕਿਹਨਾਂ ਦੇ? ਹਰ ਕੀਰਤਨ ਗੁਰਮੁਖ ਜੋ ਸੁਣਤੇ, ਜਿਹੜੇ ਗੁਰੂ ਦੇ ਸਨਮੁਖ ਹੋ ਕੇ ਹਰੀ ਦਾ ਕੀਰਤਨ ਸੁਣਦੇ ਹਨ। ਹੁਣ ਇੱਥੇ ਫਿਰ ਕਈਆਂ ਦੇ ਮਨਾਂ 'ਚ ਸਵਾਲ ਆ ਜਾਏਗਾ, ਲੈ ਜੀ ਅਸੀਂ ਤਾਂ ਕੀਰਤਨ ਸੁਣਦੇ ਹਾਂ, ਗੁਰੂ ਦੇ ਹਜ਼ੂਰੀ 'ਚ ਸੁਣਦੇ ਹਾਂ, ਗੁਰਦੁਆਰੇ ਜਾ ਕੇ ਸੁਣਦੇ ਹਾਂ, ਤੇ ਫਿਰ ਸਾਡੇ ਮਨ ਤੋਂ ਵੈਰ ਵਿਰੋਧ ਤਾਂ ਮਿਟ ਜਾਣੇ ਚਾਹੀਦੇ ਹਨ। ਮਿਟ ਹੀ ਗਏ ਹੋਣਗੇ, ਇਹ ਕਈਆਂ ਦੇ ਮਨਾਂ 'ਚ ਖਿਆਲ ਆਉਂਦਾ ਹੋਏਗਾ। ਪਰ ਇੱਥੇ ਵੀ ਸੁਣਨ ਦਾ ਜੋ ਭਾਵ ਅਰਥ ਹੈ ਉਹਦੇ ਬਾਰੇ ਸਪਸ਼ਟ ਹੋਣਾ, ਅਤੇ ਗੁਰਮੁਖ ਅੱਖਰ ਦਾ ਜੋ ਭਾਵ ਹੈ ਉਹਦੇ ਬਾਰੇ ਸਪਸ਼ਟ ਹੋਣਾ ਬਹੁਤ ਜ਼ਰੂਰੀ ਹੈ। ਸੁਣਤੇ ਦਾ ਅਰਥ ਉਹੀ ਹੈ ਜੋ ਜਪ ਬਾਣੀ ਦੇ ਅੰਦਰ ਸੁਣਿਆ ਦੇ ਅਰਥ ਹਨ। ਜੋ ਸੁਣਿਆ ਦੀਆਂ 4 ਪੌੜੀਆਂ ਹਨ, ਜੋ ਅਵਸਥਾ ਸੁਣਿਆ ਦੀ ਪੌੜੀਆਂ ਦੇ ਅੰਦਰ ਬਿਆਨ ਕੀਤੀ ਗਈ ਹੈ, ਉਹ ਨਿਰੇ ਕੰਨਾਂ ਦੇ ਨਾਲ ਸੁਣਨ ਦੇ ਨਾਲ ਤਾਂ ਗੱਲ ਬੰਦੀ ਨਹੀਂ ਹੈ। ਉਹ ਸੁਣਨਾ, ਨਿਰੋਲ ਸੁਣਨਾ ਕੰਨਾਂ ਦੇ ਨਾਲ ਨਹੀਂ ਹੁੰਦਾ। ਆਮ ਦੁਨਿਆਵੀ ਗੱਲਾਂ ਬਾਤਾਂ ਦੇ ਸੰਦਰਭ ਵਿੱਚ ਵੀ ਅਸੀਂ ਕਈ ਵਾਰੀ ਕਿਸੇ ਨੂੰ ਕਹਿ ਦਿੰਦੇ ਹਾਂ ਵੀ ਤੂੰ ਮੇਰੀ ਗੱਲ ਸੁਣੀ ਨਹੀਂ। ਫੋਰ ਐਗਜ਼ਾਮਪਲ, ਮੈਂ ਆਪਣੇ ਨਾਲ ਬੈਠੇ ਹੋਏ ਬੰਦੇ ਨੂੰ ਕਹਾਂ ਇਹ ਫਲਾਣੀ ਫਾਈਲ ਲੈ ਕੇ ਆ, ਤੇ ਥੋੜੀ ਦੇਰ ਬਾਅਦ ਮੈਂ ਦੇਖਾਂ ਕਿ ਉਹ ਬੰਦਾ ਤੇ ਬੈਠਾ ਸੀ, ਉਹ ਬੈਠਾ ਹੀ ਹੋਇਆ ਹੈ, ਆਪਣੇ ਕੰਮ 'ਚ ਰੁੱਝਾ ਹੋਇਆ ਹੈ, ਉਹਨੇ ਕੋਈ ਐਕਸ਼ਨ ਤਾਂ ਲਿਆ ਹੀ ਨਹੀਂ। ਤੇ ਮੈਂ ਉਹਨੂੰ ਫਿਰ ਪੁੱਛਾਂਗਾ, ਭਾਈ ਸੁਣਿਆ ਨਹੀਂ, ਮੈਂ ਤੈਨੂੰ ਕਿਹਾ ਸੀ ਫਾਈਲ ਲੈ ਕੇ ਆ। तो वो कहेगा मैं सुन लिया सीगा। पर मैं कहांगा सुने का की लाभ होया, जब मैं क्या सी फाइल लिया, फाइल तो आई नहीं, ना तू उठिया जा तो जाके और फाइल चुकी है ना लियांदी है। तो ज्या सुनिया ज्या ना सुनिया, तो सुनन का जो असल इंपैक्ट है, जो असल रिजल्ट है, वो तां ही है जे सुन के उहदे ते एक्शन हो गया है। तो गुरु के उपदेश तो सुनना, गुरु की सिक्ख्या नूं सुनना, परमात्मा की सिफत सलाह नूं सुनना, ये सब कुछ तां ही असर करता है जे ਉਹਦਾ ਇੰਪੈਕਟ ਜੀਵਨ ਦੇ ਵਿੱਚ ਨਜ਼ਰ ਆਵੇ। ਕਿ ਗੁਰਮੁਖ ਹੋਣ ਤੋਂ ਭਾਵ ਕੀ ਹੈ? ਨਿਰੀ ਫਿਜ਼ੀਕਲ ਹਾਜ਼ਰੀ ਜਿਹੜੀ ਹੈ ਉਹ ਗੁਰਮੁਖ ਹੋਣਾ ਨਹੀਂ ਹੈ। ਗੁਰੂ ਦੇ ਸਨਮੁਖ ਹੋਣਾ ਸਰੀਰਕ ਹਾਜ਼ਰੀ ਨਹੀਂ ਹੈ। ਗੁਰੂ ਦੇ ਸਨਮੁਖ ਹੋਣ ਤੋਂ ਭਾਵ ਹੈ ਗੁਰੂ ਦੇ ਹੁਕਮ ਨੂੰ ਸੁਣਨਾ, ਸਮਝਣਾ, ਮੰਨਣਾ, ਉਹਦੀ ਵਿਚਾਰ ਕਰਕੇ ਉਸ ਨੂੰ ਮੰਨ ਲੈਣਾ ਤੇ ਫਿਰ ਉਸ ਨੂੰ ਜੀਵਨ 'ਚ ਅਪਣਾ ਲੈਣਾ। ਇਹ ਗੁਰਮੁਖ ਦੀ ਡੈਫੀਨੇਸ਼ਨ ਹੈ। ਸੋ ਅਗਰ ਇਸ ਡੈਫੀਨੇਸ਼ਨ ਦੇ ਅਨੁਸਾਰ ਗੁਰੂ ਦੇ ਸਨਮੁਖ ਹੋ ਕੇ ਗੁਰੂ ਦੇ ਉਪਦੇਸ਼ ਨੂੰ ਸੁਣਿਆ ਜਾਵੇ, ਹਰੀ ਦਾ ਕੀਰਤਨ ਸੁਣਿਆ ਜਾਵੇ, ਪਰਮਾਤਮਾ ਦੀ ਕੀਰਤੀ, ਪਰਮਾਤਮਾ ਦੀ ਵਡਿਆਈ ਸੁਣੀ ਜਾਵੇ। ਕੀਰਤਨ ਦਾ ਜੋ ਭਾਵ ਅਰਥ ਹੈ ਉਹ ਹੈ ਕੀਰਤੀ, ਸਿਫਤ ਸਲਾਹ, ਵਡਿਆਈ। ਹਰ ਕੀਰਤਨ ਪਰਮਾਤਮਾ ਦੀ ਸਿਫਤ ਸਲਾਹ ਗੁਰੂ ਦੇ ਸਨਮੁਖ ਹੋ ਕੇ ਜਿਹੜੇ ਸੁਣਦੇ ਹਨ, ਜੋ ਸਹੀ ਅਰਥਾਂ 'ਚ ਸੁਣਦੇ ਹਨ, ਫਿਰ ਉਹਨਾਂ ਦੇ ਅੰਦਰੋਂ ਵੈਰ ਤੇ ਵਿਰੋਧ ਡੈਫੀਨੇਟਲੀ ਉਹਨਾਂ ਦੇ ਮਨ ਦੇ ਵਿੱਚੋਂ ਮਿਟ ਜਾਂਦੇ ਹਨ। ਵੈਰ ਵਿਰੋਧ ਮਿਟੇ ਤਹਿ ਮਨ ਤੇ, ਹਰ ਕੀਰਤਨ ਗੁਰਮੁਖ ਜੋ ਸੁਣਤੇ। ਜਿਨ੍ਹਾਂ ਦੇ ਉਹਨਾਂ ਦੇ ਹਿਰਦੇ ਦੇ ਵਿੱਚੋਂ ਵੈਰ ਵਿਰੋਧ ਮਿਟ ਜਾਂਦੇ ਹਨ, ਜਿਹੜੇ ਗੁਰੂ ਦੇ ਸਨਮੁਖ ਹੋ ਕੇ ਪਰਮਾਤਮਾ ਦੀ ਸਿਫਤ ਸਲਾਹ, ਉਹਦੀ ਵਡਿਆਈ ਸੁਣਦੇ ਹਨ। ਅਖੀਰਲੀਆਂ ਪੰਕਤੀਆਂ 'ਚ ਫਿਰ ਗੁਰੂ ਸਾਹਿਬ ਇਸੇ ਗੱਲ ਨੂੰ ਹੋਰ ਅੱਗੇ ਸਪਸ਼ਟ ਕਰ ਦਿੰਦੇ ਹਨ ਕਿ ਹੋਰ ਉਹਨਾਂ ਦੇ ਅੰਦਰ ਕਿਹੜੀ ਤਰੱਕੀ ਹੁੰਦੀ ਹੈ, ਹੋਰ ਕੀ ਇਹ ਉਹਨਾਂ ਦੇ ਅੰਦਰ ਨਜ਼ਰ ਆਉਂਦੇ ਹਨ, ਅਸਰ ਨਜ਼ਰ ਆਉਂਦਾ ਹੈ ਕਿ ਵਰਨ ਚਿਹਨ ਸਗਲਾ ਤੇ ਰਹਤਾ, ਨਾਨਕ ਹਰ ਹਰ ਗੁਰਮੁਖ ਜੋ ਕਹਿਤਾ। ਵਰਨ ਤੇ ਚਿਹਨ ਇਹ ਵੀ ਸਾਡੇ ਆਪਣੇ ਹੀ ਘੜੇ ਹੋਏ ਹਨ ਕਿ ਫਲਾਣਾ ਬੰਦਾ ਫਲਾਣੇ ਵਰਨ ਦਾ ਹੈ, ਫਲਾਣੀ ਜਾਤ ਦਾ ਹੈ, ਉਹਦੀ ਇਹ ਨਿਸ਼ਾਨੀਆਂ ਹਨ, ਉਹ ਉਸ ਭੇਖ ਦਾ ਬੰਦਾ ਹੈ, ਉਹ ਇਹ
कोई टोपी वाला है, कोई लुंगी वाला है, तो कोई किसी और शक्ल वाला पेख वाला है, कोई हिंदू है, कोई मुसलमान है, कोई ऊंच है, कोई नीच है, कोई ब्राह्मण है, कोई शूद्र है, कोई मलेच्छ है, कोई काफर है, कोई मोमन है। ये सब तरह के ਜਿਹੜੇ ਭਿੰਨ ਭੇਦ ਨੇ, ਵਰਨ ਵੰਡ ਚਿਹਨ ਕਿਸੇ ਵੀ ਆਧਾਰ ਦੇ ਉੱਤੇ ਜੋ ਮਨੁੱਖ ਔਰ ਮਨੁੱਖ ਦੀ ਜੋ ਵੰਡ ਕੀਤੀ ਜਾਂਦੀ ਹੈ, ਉਹਨਾਂ ਸਭ ਤੋਂ ਉਹ ਇਨਸਾਨ ਜਿਹੜਾ ਹੈ ਨਿਰਲੇਪ ਹੋ ਜਾਂਦਾ ਹੈ। ਉਸ ਸਾਰੇ ਇਸ ਪਸਾਰੇ ਦੇ ਵਿੱਚੋਂ, ਇਸ ਸਾਰੇ ਪੁਆੜੇ ਦੇ ਵਿੱਚੋਂ ਉਹ ਇਨਸਾਨ ਰਹਿਤ ਹੋ ਜਾਂਦਾ ਹੈ, ਛੱਡ ਦਿੰਦਾ ਹੈ। ਉਹਨਾਂ ਦੇ ਮਨ ਦੇ ਵਿੱਚੋਂ ਫਿਰ ਇਹ ਵਾਲੇ ਸਾਰੇ ਵੈਰ ਵਿਰੋਧ ਜਿਹੜੇ ਹਨ ਉਹ ਖਤਮ ਹੀ ਹੋ ਜਾਂਦੇ ਹਨ, ਵੰਡਾਂ ਖਤਮ ਹੋ ਜਾਂਦੀਆਂ ਹਨ। ਵਰਨ ਚੈਨ ਸਗਲਾ ਤੇ ਰਹਿਤ, ਸਾਰੇ ਇਹੋ ਜਿਹੇ ਹਰ ਕਿਸਮ ਦੇ ਵਰਨ ਚੈਨ ਵੰਡ ਜੋ ਵੀ ਇਨਸਾਨ ਚ ਵੰਡੀਆਂ ਪਾਉਣ ਵਾਲੀਆਂ ਜਿੰਨੀਆਂ ਵੀ ਡਿਵੀਜ਼ਨਸ ਨੇ, ਜੋ ਇਨਸਾਨ ਦੀਆਂ ਆਪਣੀਆਂ ਹੀ ਬਣਾਈਆਂ ਹੋਈਆਂ ਨੇ, ਇਹ ਕਾਲਾ ਹੈ, ਗੋਰਾ ਹੈ, ਇਹ ਫਲਾਣੀ ਥਾਂ ਦਾ ਹਿੰਦੁਸਤਾਨੀ ਹੈ, ਪਾਕਿਸਤਾਨੀ ਹੈ, ਸਭ ਤਰ੍ਹਾਂ ਦੀਆਂ ਵੰਡੀਆਂ ਜਿਹੜੀਆਂ ਨੇ ਖਤਮ ਹੋ ਜਾਂਦੀਆਂ ਹਨ। ਪਰ ਉਹ ਕਿਹਦੇ ਹੁੰਦੀਆਂ ਹਨ? ਵਰਨ ਚੈਨ ਸਗਲਾ ਤੇ ਰਹਿਤ ਕੌਣ? ਨਾਨਕ ਹਰ ਹਰ ਗੁਰਮੁਖ ਜੋ ਕਹਤਾ, ਜੋ ਗੁਰੂ ਦੇ ਸਨਮੁਖ ਹੋ ਕੇ ਪਰਮਾਤਮਾ ਦਾ ਨਾਮ ਜਪਦਾ ਹੈ, ਕਹਿੰਦਾ ਹੈ, ਆਪਣੇ ਹਿਰਦੇ 'ਚ ਵਸਾਉਂਦਾ ਹੈ, ਉਹਦੀ ਸਿਫਤ ਸਲਾਹ ਕਰਦਾ ਹੈ, ਉਹ ਫਿਰ ਇਹਨਾਂ ਵੰਡੀਆਂ ਤੋਂ, ਵੰਡਾਂ ਤੋਂ ਬਚ ਜਾਂਦਾ ਹੈ, ਉਹਦੀ ਸਿਫਤ ਸਲਾਹ ਦੇ ਨਾਲ ਜੁੜ ਜਾਂਦਾ ਹੈ। ਉਹਨਾਂ ਦੇ ਅੰਦਰੋਂ ਫਿਰ ਇਹ ਸਾਰੇ ਵੈਰ ਵਿਰੋਧ ਮਿਟ ਜਾਂਦੇ ਹਨ। ਕਿਸੇ ਨੂੰ, ਇਨਸਾਨ ਨੂੰ ਉਹ ਆਪਣੇ ਤੋਂ ਨੀਵਾਂ ਨਹੀਂ ਜਾਣਦਾ, ਕਿਸੇ ਨੂੰ ਬੇਗਾਨਾ ਨਹੀਂ ਜਾਣਦਾ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ हमको बनियाई। ये अवस्था बनती ही ਤਾਂ ਹੈ ਜੇ ਹਰ ਕੀਰਤਨ ਗੁਰਮੁਖ ਜੋ ਸੁਣਤੇ ਜਾਂ ਹਰ ਹਰ ਗੁਰਮੁਖ ਜੋ ਕਹਤਾ, ਉਹ ਗੁਰੂ ਦੇ ਸਨਮੁਖ ਹੁੰਦੇ ਹਨ। ਗੁਰੂ ਦੇ ਹਰ ਦੱਸੀ ਹੋਈ ਸਿੱਖਿਆ ਨੂੰ ਪੂਰਨ ਵਿਧੀ ਦੇ ਨਾਲ, ਪਰਹੇਜ਼ ਦੇ ਨਾਲ ਜੋ ਜੀਵਨ 'ਚ ਅਪਣਾ ਲੈਂਦੇ ਹਨ, ਤੇ ਪਰਮਾਤਮਾ ਦੀ ਸਿਫਤ ਸਲਾਹ ਨਾਲ ਜੁੜ ਜਾਂਦੇ ਹਨ। ਉਹਨਾਂ ਦੇ ਅੰਦਰੋਂ ਵੈਰ ਵਿਰੋਧ ਮਿਟ ਜਾਂਦੇ ਹਨ, ਉਹਨਾਂ ਦੇ ਅੰਦਰੋਂ ਮਨੁੱਖ ਦੀਆਂ ਵੰਡੀਆਂ ਖਤਮ ਹੋ ਜਾਂਦੀਆਂ ਹਨ, ਸਭ ਤਰ੍ਹਾਂ ਦੇ ਵੈਰ ਵਿਰੋਧ ਖਤਮ ਹੋ ਜਾਂਦੇ ਹਨ। ਇਹ ਸਭ ਕੁਝ ਮੁਮਕਿਨ ਹੁੰਦਾ ਹੈ ਜੇ ਪੂਰਨ ਭਰੋਸੇ ਦੇ ਨਾਲ, ਪੂਰਨ ਵਿਸ਼ਵਾਸ ਦੇ ਨਾਲ, ਬਿਨਾਂ ਕਿਸੇ ਕਿੰਤੂ ਪ੍ਰੰਤੂ ਦੇ, ਗੁਰੂ ਦੇ ਦੱਸੇ ਹੋਏ ਹੁਕਮ ਦੇ ਅਨੁਸਾਰ ਗੁਰੂ ਦੇ ਸਨਮੁਖ ਹੋ ਕੇ ਉਹਦੇ ਦਿੱਤੇ ਹੋਏ ਉਪਦੇਸ਼ ਦੀ ਕਮਾਈ ਜਿਹੜੇ ਕਰਦੇ ਹਨ, ਤੇ ਪ੍ਰਭੂ ਦੇ ਨਾਮ ਦੇ ਨਾਲ ਸਿਰ ਸੁਰਤ ਨੂੰ ਜੋੜਦੇ ਹਨ, ਉਹਨਾਂ ਦੇ ਜੀਵਨ 'ਚ ਤਬਦੀਲੀ ਆ ਜਾਂਦੀ ਹੈ। ਇਤਨੇ ਹੀ ਬਚਨ ਪ੍ਰਵਾਨ ਕਰਨੇ ਜੀ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।